ਵਿੱਚ ਤੁਹਾਡਾ ਨਿੱਘਾ ਸਵਾਗਤ। ਤੁਹਾਨੂੰ ਸਾਰਿਆਂ ਨੂੰ ਬੜੇ ਪਿਆਰ ਸਤਿਕਾਰ ਅਦਬ ਦੇ ਨਾਲ ਜੀ ਆਇਆਂ ਨੂੰ ਸੁੱਖਾ ਮੰਗਦਾ ਤੁਹਾਡੇ ਸਾਰਿਆਂ ਲਈ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਜੈ ਗੁਰਦੇਵ। ਤੁਹਾਨੂੰ ਗੁਰਦੇਵ ਜੀ ਦਿਓ ਆਸ਼ੀਰਵਾਦਾਂ ਕਿ ਪ੍ਰੋਗਰਾਮ ਸ਼ੁਰੂ ਕਰ ਸਕੀਏ। ਪਹਿਲੇ ਭਾਗ ਦੇ ਵਿੱਚ ਦਾਸ ਨੇ ਸਤਿਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜੋ ਪ੍ਰਗਟ ਦਿਵਸ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆ ਸਮੁੱਚੇ ਸੰਸਾਰ ਨੂੰ ਵਧਾਈਆਂ ਦਿੱਤੀਆਂ ਤੇ ਖੈਰਾਂ ਮੰਗੀਆਂ ਸੱਚੇ ਪਾਤਸ਼ਾਹ। ਜਿਵੇਂ ਦਿੱਲੀ ਦੇ ਵਿੱਚ ਬੈਠ ਕੇ ਜਿੱਥੇ ਅੱਜ ਬੰਗਲਾ ਸਾਹਿਬ ਆ, ਜਿੱਥੇ ਬੈਠ ਕੇ ਹੈਜੇ ਨਾਲ ਮਹਾਰਾਜ ਦੁਨੀਆ ਦਾ ਤੁਸੀਂ ਪਰਉਪਕਾਰ ਕਰਕੇ ਇਲਾਜ ਕੀਤਾ, ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹ ਵੀ ਹੈਜੇ ਵਾਲੇ ਹੀ ਸ਼ੁਰੂ ਹੋਣ ਵਾਲੇ ਨੇ। ਕਿਉਂਕਿ ਜਦੋਂ ਇੱਦਾਂ ਦਾ ਪਾਣੀ ਫਿਰ ਡੇਂਗੂ ਸ਼ੁਰੂ ਹੋਣ ਵਾਲਾ, ਹੈਜਾ ਸ਼ੁਰੂ, ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ। ਬਸ ਅਰਦਾਸਾਂ ਜਿਵੇਂ ਪੁਰਬ ਮਨਾਇਆ ਤੇ ਉਹਨਾਂ ਦੇ ਪਵਿੱਤਰ ਜੀਵਨ ਦੇ ਵਿੱਚੋਂ ਮੈਂ ਕੁਝ ਬੇਨਤੀਆਂ ਵੀ ਕੀਤੀਆਂ। ਅੱਜ ਸ਼ਬਦ ਵੀ ਬਾਣੀ ਦਾ ਸ਼ਬਦ ਹੈ, ਭਾਵੇਂ ਤੀਸਰੀ ਪਾਤਸ਼ਾਹੀ ਦਾ ਭੈਰੋ ਰਾਗ ਦੇ ਵਿੱਚ ਹੈ, ਚੌਪਦਿਆਂ ਦੇ ਵਿੱਚ। ਸੋ ਗੁਰੂ ਦੇ ਪਿਆਰਿਓ, ਕੋਈ ਵੀ ਮਹਾਂਪੁਰਸ਼ ਨੇ ਸਾਨੂੰ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ। ਕਿਸੇ ਨੇ ਅਮੀਰ ਨੂੰ ਗਲ ਨੂੰ ਨਹੀਂ ਲਾਇਆ ਤੇ ਗਰੀਬ ਨੂੰ ਪਿੱਛੇ ਨਹੀਂ ਟਿਕਿਆ। ਜਿੰਨੇ ਮਹਾਂਪੁਰਸ਼ਾਂ ਦੇ ਪਵਿੱਤਰ ਬਚਨ ਨੇ ਸਾਨੂੰ ਇਕੱਠੇ ਕਰਨ ਵਾਸਤੇ ਹਰ ਗ੍ਰੰਥ, ਜੇ ਮੈਂ ਕ੍ਰਾਈਸਟ 'ਤੇ ਲਿਖੇ ਹੋਏ ਬੋਲਾਂ ਨੂੰ ਬਚਨਾਂ ਨੂੰ ਵੀ ਕਹਿ ਦਿਓ, ਉਹਨਾਂ ਲਈ ਉਹ ਵੀ ਅੰਮ੍ਰਿਤ ਬਾਣੀ, ਉਹ ਵੀ ਅੰਮ੍ਰਿਤ ਬਾਣੀ ਹੈ। ਸੋ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਡੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ, ਸਾਡੀ ਜ਼ਿੰਦਗੀ ਨੂੰ ਸੱਚ ਦੇ ਰਸਤੇ ਦੇ ਉੱਤੇ ਸਹੀ ਤਰੀਕੇ ਦੇ ਨਾਲ ਜੀਉਣ ਦਾ ਜੇ ਚੱਜ ਸਿਖਾਇਆ ਤੇ ਸਾਨੂੰ ਸਿੱਖ ਲੈਣਾ ਚਾਹੀਦਾ ਹੈ, ਸਿੱਖ ਲੈਣਾ ਚਾਹੀਦਾ ਹੈ। ਕਿਉਂਕਿ ਉਹ ਤਾਂ ਸਾਨੂੰ ਸਿਖਾਉਂਦਿਆਂ 1430 ਪੰਨੇ ਲਿਖ ਗਏ। ਰਮਾਇਣ ਦੇ ਵਿੱਚ ਕਿੰਨੇ ਸ਼ਲੋਕ ਲਿਖ ਗਏ? 24,000 ਸ਼ਲੋਕ ਲਿਖ ਗਏ। ਗੀਤਾ ਦੇ 18 ਅਧਿਆਏ ਲਿਖ ਗਏ। ਕੁਰਾਨ ਦੇ ਵਿੱਚ 114 ਸੂਰਤਾਂ ਤੇ 666 ਆਇਤਾਂ ਲਿਖ ਗਏ, ਸਮਝਾਉਂਦੇ ਚਲੇ ਗਏ। ਤੇ ਜੇ ਅਸੀਂ ਸਮਝਣ ਵਾਲੇ ਹੁੰਦੇ ਤੇ ਮੈਂ ਵਿੱਚ ਜਦੋਂ ਸ਼ਬਦ ਲੱਗ ਰਿਹਾ ਸੀ ਉੱਥੇ ਇੱਕ ਓਂਕਾਰ ਆਇਆ ਸੀ। ਜੇ ਅਸੀਂ ਇਹਨੂੰ ਹੀ ਸਮਝ ਲੈਂਦੇ, ਜੇ ਇਸ ਦੁਨੀਆ 'ਚ ਰਹਿਣ ਵਾਲਿਓ, ਜੇ ਅਸੀਂ ਸਮਝਦੇ ਵੀ ਅੱਜ ਜਿੰਨੀ ਕਾਇਨਾਤ ਬਣੀ ਹੋਈ ਹੈ, ਜਿੰਨੀ ਕਾਇਨਾਤ ਬਣੀ ਹੈ, ਜੇ ਇਹਦੇ ਵਿੱਚ ਇਹ ਸਾਰੇ ਕਾਇਨਾਤ ਜਿੰਨੇ ਪੈਦਾ ਸਾਰੇ ਇੱਕੋ ਹੀ ਨੇ, ਬਰਾਬਰ ਨੇ ਸਾਰੇ। ਜੇ ਆਪਾਂ ਇਹਨਾਂ ਅੱਖਾਂ ਦੇ ਨਾਲ ਸਾਰਿਆਂ ਨੂੰ ਬਰਾਬਰ ਦੇਖੀਏ ਤੇ ਇੱਕ ਓਂਕਾਰ ਦਾ ਗਿਆਨ ਸਮਝ ਹੋ ਗਿਆ, ਸਾਨੂੰ ਹੋ ਗਿਆ। ਕਿਉਂਕਿ ਉਹੀ ਤੇ ਚਾਹੁੰਦਾ ਵੀ ਇੱਕ ਹੋ ਜਾਓ ਭਾਈ। ਜੈ ਗੁਰਦੇਵ ਜੀ। ਹਾਂਜੀ, ਜੈ ਗੁਰਦੇਵ ਸ਼ੰਕੀ ਸਾਹਿਬ। ਆਓ ਜੀ ਬਾਬਾ ਜੀ, ਜੀ ਆਇਆਂ ਨੂੰ। ਬਾਬਾ ਜੀ ਬੜੇ ਚਿਰਾਂ ਬਾਅਦ ਤੁਹਾਡੇ ਬਚਨ ਸੁਣਨ ਨੂੰ, ਤੁਹਾਡੀ ਆਵਾਜ਼ ਸੁਣਨ ਨੂੰ ਜੀ ਆਨੰਦ ਆ ਰਿਹਾ। ਹਾਂਜੀ, ਕੀ ਹੁਕਮ ਆ? ਹਾਂਜੀ ਨੇ ਬੇਨਤੀ ਆ ਸ਼ੰਕੀ ਸਾਹਿਬ ਤੇ ਜਿਹੜੀਆਂ ਤੁਸੀਂ ਅਰਦਾਸਾਂ ਕਰ ਰਹੇ ਹੋ ਨਾ, ਇਸ ਵੇਲੇ ਪੰਜਾਬ ਬਿਪਤ ਕਾਲ ਵਿੱਚ ਆ ਜੀ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਤੁਸੀਂ ਅਰਦਾਸ ਕੀਤੀ ਸਾਰੇ ਪ੍ਰੋਗਰਾਮ ਦੇ ਵਿੱਚ, ਤੇ ਗੁਰੂ ਸਾਹਿਬ ਹਾਮੀ ਭਰਦੇ ਆ ਭਈ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਮਹਾਰਾਜ ਸੱਚਾ ਪਾਤਸ਼ਾਹ ਪੂਰੇ ਸੰਸਾਰ ਦੇ ਜਿੱਥੇ ਕਿਤੇ ਵੀ ਗੁਰੂ ਨਾਨਕ ਦੇ ਨਾਮ ਲੇਵਾ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਲੇਵਾ ਸਿੱਖ ਬੈਠੇ ਇਸ ਵੇਲੇ, ਜਿਹੜਾ ਤੁਸੀਂ ਆ, ਅਸੀਂ ਆਪਾਂ ਸਾਰੇ ਆ, ਪੰਜਾਬ ਬਾਰੇ ਸਾਰੇ ਫਿਕਰਮੰਦ ਆ। ਤੇ ਪੰਜਾਬ ਦੇ ਵਿੱਚੋਂ ਆਵਾਜ਼ਾਂ ਆਉਣੀਆਂ ਤੇ ਜਦੋਂ ਤੱਕ ਸਾਡੇ NRI ਭਰਾ ਬਾਹਰ ਬੈਠੇ ਆ, ਸਾਨੂੰ ਕੋਈ ਫਿਕਰ ਨਹੀਂ। ਸਤਨਾਮ ਸਤਨਾਮ। ਇਹ ਸਾਰਾ ਕੁਝ ਜਿਹੜਾ ਆ ਤੁਹਾਡੀਆਂ ਯਤਨਾਂ ਦਾ ਸਦਕਾ ਆ, ਤੁਹਾਡਾ ਜਿਹੜਾ ਤੁਸੀਂ ਸੁਹਿਰਦਤਾ ਦੇ ਨਾਲ, ਪ੍ਰੇਮ ਪਿਆਰ ਦੇ ਨਾਲ। ਦੂਸਰੀ ਗੱਲ ਦੇਖੋ ਸ਼ੌਕੀ ਸਾਹਿਬ, ਪੰਜਾਬ ਦੇ ਵਿੱਚ ਮੈਂ ਦੇਖਦਾ ਜੀ ਭਈ ਉਹੀ ਪੰਜਾਬ ਆ ਜਿਹੜਾ ਪੂਰੀ ਦੁਨੀਆ ਦਾ ਫਿਕਰ ਕਰਦਾ, ਪੂਰੇ ਭਾਰਤ ਦਾ ਢਿੱਡ ਭਰਦਾ। ਪੰਜਾਬ ਤੇ ਵਿਪਤਾ ਪਈ ਆ ਤੇ ਕੇਂਦਰ ਵਾਲਿਆਂ ਨੇ ਬਾਤ ਨਹੀਂ ਪੁੱਛੀ ਜੀ। ਤੇ ਇਹ ਕਿਉਂਕਿ ਇੱਕ ਗੱਲ ਇਹਦੇ ਸਜੂਰ ਸਾਹਮਣੇ ਆਈ ਆ ਵੀ ਅੱਜ ਹੁਣ ਉੱਥੇ ਵਿਤਕਰਾ ਛੱਡ ਕੇ ਸਾਰੇ ਇੱਕ ਦੂਜੇ ਨੂੰ ਗੱਲ ਨਾਲ ਲਾਉਂਦੇ ਆ, ਇੱਕ ਦੂਜੇ ਦੀ ਵਿਪਤਾ ਲਈ ਇਕੱਠੇ ਹੋਏ ਆ, ਵਿਪਤ ਕਾਲ ਵਿੱਚ ਇਕੱਠੇ ਹੋਏ ਆ। ਸਤਿਗੁਰ ਕਿਰਪਾ ਕਰੇ ਇਸੇ ਤਰ੍ਹਾਂ ਪੰਜਾਬ ਨੂੰ ਨਜ਼ਰਾਂ ਤੋਂ ਬਚਾਈ ਰੱਖੇ। ਪੰਜਾਬ ਦੇ ਵਿੱਚ ਜਿਹੜੀਆਂ ਤੁਹਾਡੀਆਂ ਕੋਸ਼ਿਸ਼ਾਂ, ਤੁਹਾਡੇ ਯਤਨਾਂ ਤੇ ਤੁਹਾਡੇ ਯਤਨਾਂ ਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਬੂਰ ਪਾਵੇ। ਤੁਹਾਡਾ ਪ੍ਰੋਗਰਾਮ ਦੇਖਿਆ ਜਾਂਦਾ, ਤੁਸੀਂ ਸਾਂਝੀ ਬਾਲਤਾ ਲਈ, ਸਰਬ ਸਾਂਝੀ ਬਾਲਤਾ ਲਈ ਯਤਨ ਕਰਦੇ ਹੋ, ਬਹੁਤ ਤੁਹਾਡੀ ਸ਼ਲਾਘਾ ਹੋ ਰਹੀ ਹੈ। ਇੱਦਾਂ ਯਤਨ ਸਾਰੇ ਕਰਨ
ਤਾਂ ਸਤਿਗੁਰੂ ਜ਼ਰੂਰ ਦਾਤਾਂ ਸੁਣਨਗੇ। ਆਪਾਂ ਪੰਜਾਬ ਨੂੰ ਵਸਦਾ ਰਸਦਾ ਹੱਸਦਾ ਦੇਖਣਾ ਚਾਹੁੰਦੇ ਹਾਂ ਤੇ ਸਤਿਗੁਰ ਕਿਰਪਾ ਕਰਨਗੇ ਉੱਥੇ। ਬਸ ਇਹ ਮੈਂ ਤੁਹਾਨੂੰ ਸ਼ਾਬਾਸ਼ ਦੇਣੀ ਸੀ ਤੇ ਮਹਾਰਾਜ ਕਿਰਪਾ ਕਰੇ ਤੁਹਾਡੀਆਂ ਆਸਾਂ ਉਮੀਦਾਂ ਤੋਂ ਬੂਰ ਪਾਵੇ ਸਤਿਗੁਰੂ ਸੱਚਾ। ਬਾਬਾ ਜੀ ਤੁਹਾਡੀ ਸਿਹਤ ਠੀਕ ਵਾ? ਹਾਂ ਬਸ ਠੀਕ ਹੈ, ਅੱਗੇ ਨਾਲੋਂ ਠੀਕ ਹੈ। ਮੈਂ ਲਵਾਇਆ ਕਰੂੰਗਾ ਹਾਜ਼ਰੀ ਜੋਗੀ ਸਾਹਿਬ, ਕਿਉਂਕਿ ਤੁਹਾਡੀ ਹਾਜ਼ਰੀ ਬਹੁਤ ਦੇਰ ਬਾਅਦ ਲੱਗੀ ਆ। ਬਹੁਤ 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 ਮਿਹਰਬਾਨੀ। ਧੰਨਵਾਦ ਜੀ। ਬੀਬੀ ਜਿੰਦਾ ਜੀ ਕਿੱਦਾਂ? ਠੀਕ? ਬੀਬੀ ਜਿੰਦਾ ਜੀ ਵੀ ਠੀਕ ਆ, ਬੀਬੀ ਉਹ ਵੀ ਠੀਕ ਆ। ਤੁਹਾਡਾ ਪ੍ਰੋਗਰਾਮ ਦੇਖਦੇ ਹੁੰਦੇ ਅਸੀਂ ਸਾਰੇ, ਬੜੇ ਖੁਸ਼ ਹੋਈਦਾ। ਧੰਨਵਾਦ ਜੀ, ਧੰਨਵਾਦ। ਮਾਰੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੀ ਕਰੇ। ਸਤਿਗੁਰੂ ਜੀ ਦੇ ਰੋਗਤਾ ਤੁਹਾਡੇ ਅੰਗ ਸੰਗ ਹੋ ਕੇ ਦੇਸਾਂ ਪ੍ਰਦੇਸਾਂ ਵਿੱਚ ਗੁਰੂ ਜੀ ਸਹਾਈ ਹੋਣ। ਇਵੇਂ ਹੀ ਸਮਾਜ ਦੀ ਸੇਵਾ ਕਰਦੇ ਰਹੋ, ਸਾਨੂੰ ਆਸ਼ੀਰਵਾਦ ਦਾ ਬਖਸ਼ਿਸ਼ ਕਰਦੇ ਰਹੋ। ਸਿਆਣਾ ਪੁਰਸ਼ ਛੋਟੀ ਜਿਹੀ ਗੱਲ ਵੀ ਕਹਿ ਦੇਵੇ ਤੇ ਉਹ ਵੀ, ਜਿਵੇਂ ਨਾ ਅਸੀਂ ਸਵੇਰ ਨੂੰ ਕਹਿੰਦੇ ਬਈ ਰੋਟੀ ਦੇ ਉੱਤੇ ਮੱਖਣ ਰੱਖ ਕੇ ਨਾਲ ਲੱਸੀ ਦਾ ਗਲਾਸ ਪੀ ਲਿਆ ਸਾਰੀ ਦਿਹਾੜੀ ਲੰਘ ਜਾਂਦੇ ਸੀ। ਤੇ ਸਿਆਣਾ ਆਦਮੀ ਜਦੋਂ ਕਿਤੇ ਆਸ਼ੀਰਵਾਦ ਦੇ ਦੇਵੇ ਤੇ ਇਹਦੇ ਨਾਲ ਦੀ ਖੁਰਾਕ ਦੁਨੀਆ 'ਚ ਕੁਛ ਨਹੀਂ ਹੈਗੀ। ਬਾਕੀ ਮਾੜੇ ਬੋਲਣ ਵਾਲੇ ਤਾਂ ਬਥੇਰਾ ਕੋਈ ਸੁਣ ਲਈਦਾ, ਕਿਤੇ ਤਰਸ ਦੇ ਦੇਈਦਾ ਕੋਈ ਸਿਆਣਾ ਆਦਮੀ ਆਸ਼ੀਰਵਾਦ ਦੇ ਦੇਵੇ। ਸੋ ਆਓ ਗੁਰੂ ਦੇ ਪਿਆਰਿਓ, ਆਸ਼ੀਰਵਾਦ ਦਾ ਵੀ ਭਾਗਾਂ ਵਾਲੇ ਨੂੰ ਮਿਲਦੀਆਂ। ਸੋ ਆਓ ਗੁਰੂ ਪਿਆਰਿਓ, ਮੈਂ ਤੁਹਾਡੇ ਨਾਲ ਵਾਅਦਾ ਇੱਕ ਕੀਤਾ ਸੀ ਕਿ ਅੱਜ ਦੁਨੀਆ ਦੇ ਵਿੱਚ ਜਿੰਨੇ ਮਰਜ਼ੀ ਅਸੀਂ ਵੈਰਾਈਟੀਆਂ ਦਿਖਾ ਦਈਏ ਲੋਕਾਂ ਨੂੰ, ਪਰ ਜਦੋਂ ਬੰਦੇ ਦਾ ਭਰੋਸਾ ਬਣ ਜਾਵੇ, ਅਸਲੀ ਸਿੱਖ ਉਹੀ ਹੈ ਜਿਹਦਾ ਭਰੋਸਾ ਬਣ ਗਿਆ, ਜਿਹਦੀ ਪ੍ਰਤੀਤ ਬਣ ਗਈ। ਮੈਂ ਪਹਿਲੇ ਪ੍ਰੋਗਰਾਮ ਵਿੱਚ ਪ੍ਰੀਤ ਤੇ ਪ੍ਰਤੀਤ, ਪ੍ਰੀਤਾਂ ਲਾਉਣ ਦੇ ਨਾਲ ਪ੍ਰਤੀਤ ਹੋਣੀ ਬਹੁਤ ਜ਼ਰੂਰੀ ਹੈ। ਦੋ ਗੱਲਾਂ ਬਹੁਤ ਜ਼ਰੂਰੀ ਹੈ। ਸੋ ਗੁਰੂ ਦੇ ਪਿਆਰਿਓ, ਆਓ ਜੇਕਰ ਅਸੀਂ ਅਰਦਾਸਾਂ ਕਰਦੇ ਹਾਂ ਤਾਂ ਨੇਚਾ ਕਰਕੇ ਕਰਦੇ ਹਾਂ, ਅਸੀਂ ਸ਼ਰਧਾ ਬਣਾ ਕੇ ਕਰਦੇ ਹਾਂ, ਟਾਵੀਆਂ ਨਹੀਂ ਕਰਦੇ ਵੀ ਅੱਜ ਕਿਸੇ ਦਾ ਕੁੰਡਾ ਖੜਕਾਤਾ, ਅੱਜ ਕਿਸੇ ਦਾ ਕੁੰਡਾ ਖੜਕਾਤਾ। ਬਸ ਅਸੀਂ ਕੁੰਡੇ ਖੜਕਾਉਣ ਦੀ ਬਜਾਏ ਅਸੀਂ ਇੱਕ ਜਗ੍ਹਾ 'ਤੇ ਨੇਚਾ ਟਿਕਾ ਕੇ ਰੱਖੀਏ। ਅਤੇ ਮੇਰੇ ਕਹਿੰਦੇ ਆ ਵੀ ਜਿਹੜਾ ਇੱਕ ਘਰ ਦਾ ਹੋ ਜਾਵੇ ਤਾਂ ਫਿਰ ਆਲੇ ਦੁਆਲੇ ਭੁੱਖਾ ਨਹੀਂ ਰਹਿੰਦਾ। ਸੋ ਆਓ ਗੁਰੂ ਦੇ ਪਿਆਰਿਓ, ਜੈ ਗੁਰਦੇਵ ਜੀ। ਹਾਂਜੀ ਬੀਬੀ ਜੀ ਕਿੱਦਾਂ, ਠੀਕ ਹੋ? ਹਾਂਜੀ ਠੀਕ ਹੈ। 50 ਫੋਨ ਸਾਡੇ ਕੋਲ ਹੋਵੇ। ਓਕੇ ਬੀਬੀ ਹੁਸਨ ਲਾਲ ਜੱਸੀ ਤਲਣ ਵਾਲਿਓ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੀਬੀ, ਥੈਂਕ ਯੂ ਭੈਣ ਮੇਰੀ, ਥੈਂਕ ਯੂ। ਸੋ ਕਮੈਂਟੀ ਤੋਂ ਭੈਣ ਲక్ష్ਮੀ ਜੀ ਅਤੇ ਹੁਸਨ ਲਾਲ ਜੱਸੀ ਦਾ ਪਰਿਵਾਰ 50 ਪਾਉਂਦੇ ਰਹੇ ਨੇ। ਬੀਬੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਆਓ ਗੁਰੂ ਪਿਆਰਿਓ, ਮੈਂ ਤੁਹਾਡਾ ਇੱਕ ਵਾਅਦਾ ਕੀਤਾ ਸੀ, ਅੱਜ ਦੁਨੀਆ ਦੇ ਵਿੱਚ ਜੇ ਤੁਸੀਂ ਸਹੀ ਪ੍ਰਚਾਰ ਕਰਦੇ ਆ, ਜੇ ਤੁਸੀਂ ਬਾਣੀ ਦੀ ਬਿਰਤੀ ਨੂੰ ਸਮਝ ਕੇ ਉੱਦਾਂ ਦੀ ਗੱਲ ਕਰੋਗੇ ਨਾ, ਜਿਹੜੀ ਮੇਰੇ ਗੁਰੂ ਦੀ ਬਿਰਤੀ ਜੋ ਸਾਨੂੰ ਕਹਿਣਾ ਕੀ ਚਾਹੁੰਦੀ, ਬਾਣੀ ਦੀ ਤੁਕ ਵਿੱਚ ਕੀ ਲੁਕਿਆ ਹੋਇਆ, ਜੇ ਤਾਂ ਤੁਸੀਂ ਡੁੰਘਾਈ ਨਾ ਪੜ੍ਹ ਕੇ ਉੱਥੇ ਤੱਕ ਪਹੁੰਚ ਗਏ ਤੇ ਫਿਰ ਗੁਰੂ ਦੇ ਪਿਆਰੋ ਇੱਥੇ ਵੱਜਦਾ ਆ ਕੇ, ਇੱਥੋਂ ਫਿਰ ਜਕਾਰਾ ਨਿਕਲਦਾ। ਆਓ ਮੈਂ ਇੱਕ ਗੱਲ ਕੀਤੀ ਸੀ, ਮੈਂ ਸ਼ਬਦ ਇਸ ਕਰਕੇ ਲਾਇਆ ਕਿ ਇਸ ਗਰਭ 'ਤੇ ਚਲੇ ਬਹੁਤ ਵਿਕਾਰਾ। ਇੱਕ ਮਹਾਂਪੁਰਸ਼ ਹਿੰਦੂ ਸੰਪਰਦਾਇ ਦਾ ਹੈ, 4 ਵਰਨ ਕਹਿੰਦੇ ਜਿਹੜੇ ਪਰਮਾਤਮਾ ਨੇ ਬਣਾਏ ਨੇ, ਜਿਹੜੇ ਰਿਗਵੇਦ ਕਹਿੰਦਾ, ਜੋ ਯਜੁਰਵੇਦ ਕਹਿੰਦਾ, ਜਾਂ ਹਿੰਦੂਆਂ ਦੇ ਗ੍ਰੰਥ ਕਹਿੰਦੇ ਹੈ ਵੀ ਜਿਹੜੀ ਜਾਤ ਪਾਤ ਹੈ, ਬ੍ਰਾਹਮਣ ਖੱਤਰੀ ਵੈਸ, ਬ੍ਰਾਹਮਣ ਨੂੰ ਮੂੰਹ ਤੋਂ ਬਾਹਾਂ ਤੋਂ ਖੱਤਰੀ ਔਰ ਪੇਟ ਤੋਂ ਵੈਸ ਨੂੰ ਤੇ ਲੱਤਾਂ ਤੋਂ ਦੂਸਰੇ ਨੂੰ ਬਣਾਤਾ ਸ਼ੂਦਰ ਨੂੰ। ਭਾਈ ਤੁਹਾਡਾ ਕੋਈ ਰੱਬ ਹੋਰ ਆ? ਤੇ ਜਿਹਨੂੰ ਮੇਰੇ ਗੁਰੂ ਨੇ ਗੱਲ ਕਹਿਤੀ, ਜਾਤ ਕਾ ਗਰਵ ਨਾ ਕਰ ਮੂਰਖ ਗਵਾਰਾ, ਬ੍ਰਹਮ ਬਿੰਦੇ ਸੋ ਬ੍ਰਹਮ ਹੋਏ। ਜਿਹੜਾ ਬ੍ਰਾਹਮਣ ਜਾਣਦਾ ਉਹ ਬ੍ਰਾਹਮਣ ਆ। ਭਾਈ ਤੁਹਾਨੂੰ ਕਿਹਨੇ ਬਣਾਤਾ? ਜੇ ਤੁਹਾਨੂੰ ABC ਵੀ ਨਹੀਂ ਆਉਂਦੀ ਤੇ ਤੁਸੀਂ ਬ੍ਰਾਹਮਣ ਕਿੱਦਾਂ ਬਣ ਗਏ? ਮਾਫ ਕਰਨਾ, ਮੈਂ ਬੜੀ ਸਿੱਧੀ ਗੱਲ ਹੈ, ਜਾਤ ਪਾਤ ਦੇ ਪ੍ਰਤੀ ਮੈਂ ਗੱਲ ਕਰ ਰਿਹਾ। ਮੈਂ ਆਓ ਅੱਜ ਉਹਨਾਂ ਹਿੰਦੂ ਮਹਾਂਪੁਰਸ਼ਾਂ ਨੂੰ ਸੁਣ ਲਈਏ ਜਿਹੜੇ ਅੱਜ ਇਹਦੇ ਹੀ ਖੰਡਨ ਲੱਗ ਪਏ ਕਰਨ ਵੀ ਜਾਤ ਪਾਤ ਜਿਹੜੀ ਹੈ ਨਹੀਂ ਹੈ, ਜਿਹੜੇ ਤੁਹਾਡੇ ਗ੍ਰੰਥਾਂ ਝੂਠੇ ਆ। ਇਹਦਾ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਬਈ ਲੋਕੀ ਹੁਣ ਇੰਨੇ ਨਿਆਣੇ ਨਹੀਂ ਵੀ ਤੁਹਾਡੇ ਬਣਾਏ ਹੋਏ ਜਿਹੜੇ ਕਾਲੇ ਕਾਨੂੰਨ ਜਾਂ ਕਾਲੇ ਜਿਹੜੇ ਤੁਹਾਡੇ ਬਣਾਏ ਹੋਏ ਸੀ ਉਹਨਾਂ 'ਤੇ ਲੋਕੀ ਚੜ੍ਹਨਗੇ ਜਾਂ ਡਰਨਗੇ। ਆਓ ਮੈਂ ਉਹ ਤੁਹਾਨੂੰ ਇੱਕ ਕਲਿੱਪ ਦਿਖਾਉਣ ਜਾ ਰਿਹਾ। ਉਹਨਾਂ ਦੇ ਨਾਲ ਤਾਂ ਨਾਂ ਲਿਖਿਆ ਸ੍ਰੀ 1108 ਮਹਾਤਮਾ ਰਤਨ ਦਾਸ ਜੀ। ਮੈਂ ਉਹਨਾਂ ਦੇ ਤੁਹਾਨੂੰ ਬਚਨ ਸੁਣਾਉਣਾ। ਇੱਕ ਹਿੰਦੂ आदमी हिंदू महापुरुष की इंटरव्यू ले रहा, ध्यान दो। नमस्कार, भव्य भारत न्यूज में आप सभी दर्शकों का स्वागत है।
आप सभी दर्शकों का बराबर प्यार मिल रहा है, कमेंट्स भी आ रहे हैं और उनका ये आग्रह है कि आप बार बार जब भी वीडियो बनाएं बाबा जी का वीडियो बनाएं। तो आज हम फिर बाबा जी के साथ मौजूद हैं। परम अभ्यासी, परम गुरु श्री श्री 1008 बाबा रतन जी महाराज आज फिर हमारे साथ स्टूडियो में मौजूद हैं। पहले बाबा जी का हम स्वागत करते हैं। बाबा जी, स्टूडियो में आपका स्वागत है। बाबा जी, एक सवाल आया है कि वर्ण व्यवस्था जो पहले बनाई गई है, वेदों में जिसका वर्णन है, यजुर्वेद में जिसका वर्णन है, वो इस प्रकार है कि ब्रह्मणस्य मुखमासीद वाहु राजन्य कृतः उरु तदस्त्य यद्वैस्य पद्माभ्याम शूद्रो अजायतः। यानी कि ब्राह्मण, क्षत्रिय, वैश्य, शूद्र, ये जो वर्ण व्यवस्था बनाई गई है ये समाज में भी है और आपके शरीर में भी विद्यमान है। तो किस तरह से ये क्या इस वर्ण व्यवस्था को आप सही मानते हैं और क्या ये वर्ण व्यवस्था आज भी जिंदा है? पांडे जी, हमारे शरीर में वर्ण व्यवस्था कहां पर है, जरा बताएंगे आप? जैसे कहा गया कि ब्राह्मण मुखमासीद, यानी कि गले से लेकर ऊपर तक जो दिमाग का काम करता है, जो बुद्धि का काम करता है, जो समाज को प्रेरित करने का काम करता है, वो ब्राह्मण का दर्जा दिया गया है। मुखमा राजन्य वाहु मुखमासीद वाहु राजन्य कृत, यानी कि जो भुजाओं का काम करते हैं, जो रक्षा का काम करते हैं, वो शरीर से लेकर और हाथ तक का ये क्षत्रियों को दिया गया है, उसको तगमा दिया गया है। उरुतदस्य यद्वैस्य, जो उरु मतलब पेट जो है, उदर जो है, ये भोजन को इकट्ठा करने का काम करता है। इसी तरह से हमारे समाज में जो वैश्य हैं वो धन इकट्ठा करते हैं समाज को सिंचित करने के लिए। फिर पद्माभ्याम शूद्रो अजायतः, जो शूद्र का काम है वो जंघे से यानी कमर से नीचे का जो काम है ये शूद्र का काम है, यानी कि सफाई का काम है। समाज में हम आज भी अगर देखें इसको तो अध्यापक, आज भी इस परंपरा को अगर हम देखें तो अध्यापक को ब्राह्मण का दर्जा दिया गया है, जो लोगों को टीच करता है, पढ़ाता है और अच्छे संस्कार की तरफ ले जाता है। रक्षक जो हैं, जिनको हम क्षत्रिय कहते हैं उस जमाने में, आज हम उसको रक्षक के रूप में मानते हैं। पुलिस हो गई, सेना हो गई, फोर्स हो गई, जो भी है, पैरामिलिट्री फोर्स हो गए, ये सब हमारे रक्षक के रूप में आ जाए। पोषक, जो आज हमें समाज को जो पोषित करता है, अन्न उगाता है, पैदावार देता है, इकट्ठा करता है, इसको फीड करता है, ये पोषक की तरफ से आ गया। और सेवक जो हमारे हैं, जो अन्य काम करते हैं जिसकी वजह से समाज खड़ा है, जिंदा है, ये पोषक का काम है। ये लोग जो पोषक का काम करते हैं, तो ये हमारे शरीर में भी विद्यमान है और समाज में भी विद्यमान है। यानी कि जो चीजें प्रकृति में है वो चीजें हमारे शरीर में भी है। तो इसको लेकर हम आगे, मतलब इस व्यवस्था को आप कैसे मानते हैं? नहीं, अच्छा ज्ञान दिया पांडे जी आपने मेरे को आज। नहीं गुरुदेव, ये ज्ञान नहीं है। नहीं, ये जो है यजुर्वेद में, चूंकि आप वेद नहीं मानते ना, हाँ, वेद नहीं मानते, पुराण नहीं मानते, तो इसलिए मैंने कहा है ना कि आपने मेरे को एक अच्छा ज्ञान दिया है। तो इस बात से आपकी से एक बात सिद्ध हो गई आज कि इसका मतलब पूरे ब्रह्मांड के अंदर जितनी भी संतानें घूम रही है सब शूद्र की औलाद है। संतान जितनी भी है वो सब शूद्र से पैदा हुई है। हाँ, तो बात सही कहो कि शूद्र का काम कमर से नीचे है। तो क्या आप अपने आप को शूद्र मानते हो? नहीं, शूद्र मानने का नहीं, ये तो एक वर्ण व्यवस्था हम मानते हैं ना। लेकिन शूद्र से अगर पैदा हुए तो आपको क्या होना चाहिए? आप बताइए। अगर आपकी उत्पत्ति शूद्र से हो रही है तो आपको क्या होना चाहिए? नहीं, शूद्र से उत्पत्ति शुद्ध थोड़े हो जाती, वो तो वर्ण, एक तो एक सिंबॉलिक है, सिंबॉलिक नहीं है ना, सिंबॉलिक माना गया है ना, सिंबॉलिक नहीं है ना, क्योंकि आपके वर्ण व्यवस्था के आधार पर आपके देह के अंदर जो है ना ये चारों वर्ण दिखाए जा रहे हैं। तो चौथा वर्ण जो है आपका शूद्र का है और जिस जगह शूद्र को दर्शाया जा रहा है वहीं से तो सारे संसार की उत्पत्ति हो रही है। हाँ, सारे संस्कार की उत्पत्ति है। हाँ, तो फिर सारे संसार की उत्पत्ति हो रही है तो इसका मतलब ये कि सारा संसार शूद्र की संतान है। नहीं, जो हमारे शरीर में जो दिखाया गया है कि वैश्य से नीचे, वैश्य समझाने की कोशिश की गई। मैं आपकी सारी बातें मान रहा हूँ, लेकिन आप मेरी एक बात का उत्तर क्यों नहीं दे रहे हो? तो कि हम ये मान लें आज के बाद से कि ब्रह्मांड में जितनी भी संतान है वो सब शूद्र की औलाद है। अगर उस अंग को शूद्र हम कहते हैं या अगर शास्त्रों में भी लिखा गया है, मैं शास्त्र की बात कर रहा तो हूँ, आपकी बातें तर्क संगत लगती। शुभ गुरु प्यारे,
अजे मैं गां भी अजे काफ़ी दिखाना चाहुंदा। देखो जो सवाल पूछने वाला पहले तो सवाल वो अंदर ही इन्ना मनुवादी सोच नाल भरिया पिया, उन्हें सवाल नूं इस ढंग दे नाल बयान किया है कि सारी कस गल जिहड़ी कहनी चाहुंदा सी वो कह गया। पर जिहड़े अगे महापुरुष बैठे ने, पर मैं उन्होंने विचार सुने, हालांकि मैं मिलिया तो नहीं, मैं दर्शन भी नहीं आज इत्थे ही देख रहा, पर जो उन्हें दुनिया को सुनेहा दे दिता है वे भाई जिहड़ी तू गल इस शरीर में 4 भागां च बन दिता है कि मुँह तो लैके गले तो लैके सिर तक ब्राह्मण है, और छाती तो लैके ढिड तक ये अपने बाहां तक ये खत्तरी है, और पेट तक जिहड़ा पेट नूं पालण वाला वो वैश्य है, तो जिहड़ा पेट तो थल्ले वो शूद्र आ। ਇਹਦਾ मतलब सानू समझ लेना चाहिए है कि पेट तो थले जिहड़े अंग जननी अंग है, तो वह महापुरुषों ने कहा भी जे तुसी उस थले दे भाग नूं शूद्र मनदे आ ते तुसी भी पैदा उत्थे ही होए, ब्राह्मण भी उत्थे पैदा होए हो, भी तुसी भी सारे शूद्र दी औलाद हो, सारे शूद्र दी औलाद है। तो गुरु दे प्यारे इस गल दे नाल घर पूरा हो जाता। गल्लां जे बहुत आ, लेकिन वो गल नूं टाल मटोल करके अपना हिंदू मत दा जां वो जिहड़ी ब्राह्मणी मत दा जां जिहड़ी उहदे अंदर मनुवादी दी जिहड़ी मनु सिमरती दी उहदे अंदर सोच भरी है, वो जिहड़ा सवाल करन वाला है उहनूं एक दो गल्लां दे नाल ही उहनूं शांत, पहले तो उहने कहता तू चंगा मैनूं ज्ञान दिता, तू मैनू चंगा, महापुरुषों ने इन्नी गल कह देनी तू मैनू ज्ञान दे रहा, ठीक, और उहदे ते उहनूं चुप कर देना चाहिए। आओ गुरु दे प्यारो एक यही कल्ली गल नहीं मेरे को इदां दे, क्योंकि जे असीं कोई दुनिया दे विचों आ कोड़ खत्म करना, जे भाईचारा पैदा करना, तो इन्हां लोकां ने जिन्हां ने दुनिया नूं अपनी राज दी खातर पाड़िया होया, जां रोज़ नित नवें धर्म दे काम चला चला के सारे सूबियां दे विच हर तरह दे इन्हां ने रचे हुए ने। ते गुरु दे प्यारिओ कोई दिन दूर नहीं, इन्हां ने पंजाब दे विच अजी तां पंजाब दा सिदक अपने गुरुआं दे उत्ते हैगा, तो जिदन ये भी आ गया तो सिदक डोलण वाले भी तो साढ़े दिल्ली के साबका प्रधान वो भी तो इन्होंने लै ही लए आ, तो पंजाब विचों भी होर सारे कोई लै गए आ। आओ गुरु दे प्यारिओ मेरी बेनती है, अज सुरत आ गई आ इन्हां लोकां नूं भी बई भाई जिहड़े तुसीं आ वर्ण वंड कीती है ये हुण गा नहीं चलनी, तुहाडीआं सिमरतियां नहीं चलणीआं, ये किहड़े रब तो लैके लुका के लिआए तुसीं ये ग्रंथ भी जिहदे विच लिखिआ आ भी असीं सर्वोत्तम हाँ, असीं सुप्रीम हाँ, असीं जन्म तो ही ब्राह्मण हाँ, असीं जन्म तो ही सुप्रीम हाँ। ये हक किसी ने रब ने किसी नहीं दिता है, किसी ने नहीं दिता है। तुहाडा धन्नवाद। सो आओ गुरु दे प्यारिओ, बहुत सारी संगतां ने माया दिती है, साडे सत्कारयोग तरसेम संधू जी उन्होंने 50 पौंड, बीबी स्वर्ण कौर जी पतारे वाले, बीबी गुरबचन कौर जी 25 पौंड भाटिया बीबी जी, और भजन हीर जी बीबी शैंकरी जी उन्होंने 50 पौंड कंच टीवी तो 50 पौंड इन्होंने लंगर वास्ते, और परमजीत कृष्णा जी 50 पौंड, और इस नाल राजकुमार संधू जी ते बीबी नरेश कुमारी 100 पौंड, बीबी विद्या देवी बुलहट तो 50 पौंड, सतपाल सुमन जी साउथहाल तो लंडन तो 50 पौंड, हुसन लाल जस्सी जी कवेंटी तो बीबी लक्ष्मी भैन 50 पौंड। इस तरीके गुरु दे प्यारे नीलम लुगा जी 50 पौंड, छिंदो गुरु जी 50 पौंड, बलवीर कौर जी 50 पौंड, रतनी चांद जी 50 पौंड, बीबी चारनी जी 30 पौंड साउथहाल तो, मीना बॉबी ओल्डबरी ग्रेट बार तो, जस्सी परिवार 30 पौंड, सोम प्रकाश लुगा जी अज 50 पौंड उन्होंने होर दिते ने। सो दौलतमल जी 50 पौंड, राम प्रकाश जी 25 पौंड, बीबी रतनी चौंकड़िया जी साढ़े सत्कार जो मूनला चौंकड़िया के माता जी, और उन्होंने 50 पौंड भेजे ने। इन्होंने सारिਆਂ ਦਾ बहुत बहुत धन्नवाद। आओ गुरु के प्यारिओ जो आपां पंजाब दे विच सेवावां विच हाज़र होए आ, ਜਾਂ मेरे सत्कार जो बजुर्गों समान महान विद्वान इतिहास के पारखू रंधावा जी ने दसिया भी पंजाब अज सेवा के सिर के उत्ते देखो। हाँ मैं दिखाले क्लिप दिखाले आ, मैं वितकरे रहत दिमाग जदों इत्थे बैठे हुई है तो फिर दिमाग एक पासे रहना चाहिए, फिर अखां दे विचों जिहड़ा मोतिया ना मोतिया दूर कर देना चाहिए, द्वैश भाव नहीं होना चाहिए। असी पहले दिन तो ही जिहड़े सेवा कर रहे ने
ਭਾਵੇਂ ਕਿਸੇ ਵਰਗ ਦੇ ਨੇ। ਕੋਈ ਕਹਿੰਦਾ ਜੀ ਰੱਬ ਹੈ ਨਹੀਂ, ਪਰ ਜਿਹੜੇ ਸੇਵਾ ਕਰ ਰਹੇ ਉਹਨਾਂ ਦੇ ਮੂੰਹੋਂ ਜਿਹੜੀ ਵਾਹਿਗੁਰੂ ਦੀ ਆਵਾਜ਼ ਨਿਕਲਦੀ ਉਹ ਉਹਨਾਂ ਦਾ ਰੱਬ ਉਹ ਆ, ਉਹਨਾਂ ਦਾ ਰੱਬ ਉਹ ਆ। ਜਿਹੜੇ ਸੇਵਾ ਕਰ ਰਹੇ ਨੇ, ਗੱਲਾਂ ਕਰਨ ਵਾਲੇ ਗੱਲਾਂ ਕਰੀ ਜਾਂਦੇ ਨੇ। ਸੋ ਗੁਰੂ ਦੇ ਪਿਆਰਿਓ, ਅੱਜ ਜਿਹੜੇ ਇਹੋ ਜਿਹੇ ਦੇਖੋ 5 ਫੁੱਟ 5.5 ਫੁੱਟ ਪਾਣੀ ਹੈ, ਇੱਕ 5 ਫੁੱਟ ਦਾ 5.5 ਫੁੱਟ ਦਾ ਇੱਕ ਮੁੰਡਾ ਜਾਂ ਯੰਗ ਮੈਨ ਵਿੱਚ ਜੇ ਜਾਂਦਾ ਤਾਂ ਉਹਦਾ ਅੱਖਾਂ ਤੱਕ ਪਾਣੀ ਭਰਿਆ ਆ ਜਾਂ ਨਾਸਾਂ ਤੱਕ ਨੱਕ ਤੱਕ ਪਾਣੀ ਭਰਿਆ ਆ, ਤੇ ਉਹਨੂੰ ਇਹ ਨਹੀਂ ਪਤਾ ਵੀ ਗਾਂ ਕਿਤੇ ਡੂੰਘਾ ਪਾਣੀ ਆ ਗਿਆ ਤੇ ਮੈਂ ਵੀ ਡੁੱਬ ਸਕਦਾ। ਪਰ ਫਿਰ ਵੀ ਨਿਧੜਕ ਹੋ ਕੇ ਆਪਣੇ ਮਹਾਂਪੁਰਸ਼ਾਂ ਦੇ ਦੱਸੇ ਹੋਏ ਰਸਤੇ ਦੇ ਉੱਤੇ ਵੀ ਭਾਈ ਪਰ ਉਪਕਾਰ ਕਰਨਾ, ਵੰਡ ਛਕਣਾ, ਅਸੀਂ ਇਹ ਕੰਮ ਕਰਨੇ ਤੇ ਤਾਂ ਕਿਤੇ ਜਾ ਕੇ ਸਾਡੀ ਗਿਣਤੀ ਮਿਣਤੀ ਗੁਰੂ ਚਰਨਾਂ 'ਚ ਹੋਣੀ ਆ। ਗੱਲਾਂ ਕਰਨ ਵਾਲਿਆਂ ਦੀ ਹੋਣੀ, ਸੇਵਾਦਾਰਾਂ ਦੀ ਹੋਣੀ ਆ। ਸਤਿਗੁਰ ਕੀ ਸੇਵਾ ਸਫਲਾ ਜੇ ਕੋ ਕਰੇ। ਆਹ ਚਿੱਤ ਲੱਗਦਾ ਜਿਹੜੇ ਪਾਣੀ ਨੂੰ ਚੀਰ ਕੇ, ਹਾਂਜੀ ਜੀ ਸਿੱਧੂ ਆ ਸੁਰਿੰਦਰ ਸਿੱਧੂ ਜੀ, ਬੀਬੀ ਚਰਨ ਕੋ ਜੀ ਹੈਂਡਵਾਸ ਤੋਂ 50 ਪਾਉਂਡ ਦੇ ਰਹੇ ਨੇ। ਬਹੁਤ ਬਹੁਤ ਧੰਨਵਾਦ ਬੀਬੀ ਚਰਨ ਕੋ ਜੀ। ਮੈਂ ਤੁਹਾਨੂੰ ਅੱਜ ਸਵੇਰੇ ਗੁਰੂ ਘਰ ਜਾਂਦਿਆਂ ਨੂੰ ਦੇਖਿਆ ਸੀ, ਮੈਂ ਬੁਲਾ ਨਹੀਂ ਸਕਿਆ, ਮੈਂ ਗੱਡੀ ਵਿੱਚ ਹੀ। ਤੁਹਾਨੂੰ ਮਾਰੀ ਚੜ੍ਹਦੀ ਕਲਾ ਭੈਣ ਚਰਨ ਕੋ ਜੀ, ਤੁਹਾਨੂੰ ਮਾਰੀ ਤੰਦਰੁਸਤੀ ਬਖਸ਼ੇ ਕਰੇ, ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼। ਸੋ ਗੁਰੂ ਪਿਆਰੇ, ਮੈਂ ਫਿਰ ਬੇਨਤੀ ਕਰਾਂ ਵੀ ਆਓ ਆਪਾਂ ਜੋ ਸਾਨੂੰ ਸਿਖਾਇਆ ਗਿਆ, ਜੋ ਅਸੀਂ ਰੋਜ਼ ਗੁਰੂ ਚਰਨਾਂ 'ਚੋਂ ਸਿੱਖਣ ਜਾਂਦੇ ਹਾਂ। ਵੈਸੇ ਤਾਂ ਹਰ ਦਰਬਾਰ ਦੇ ਵਿੱਚ ਚੰਗਾ ਹੀ ਸਿਖਾਇਆ ਜਾਂਦਾ ਹੈ, ਅਸੀਂ ਸਿੱਖਣਾ ਨਹੀਂ ਚਾਹੁੰਦੇ, ਤਾਈਓ ਫਿਰ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ। ਜਿਹੜੇ ਸਿੱਖਣਾ ਨਹੀਂ ਚਾਹੁੰਦੇ ਗੱਲਾਂ ਉਹੀ ਕਰਦੇ ਆ। ਜਿਹੜੇ ਕੋਈ ਸਿੱਖ ਲੈਂਦੇ ਆ, ਇੱਕ ਮਾੜਾ ਜਿਹਾ ਕਿਣਕਾ ਭਰ ਜਿਹਨਾਂ ਦੇ ਖਾਨੇ ਵਿੱਚ ਆ, ਉਹ ਫਿਰ ਮਾੜੀ ਮੋਟੀ ਉਹਨਾਂ ਦੇ ਅੰਦਰ ਦਇਆ ਆ ਜਾਂਦੀ ਹੈ, ਉਹਨਾਂ ਦੇ ਅੰਦਰ ਦਇਆ ਆ ਜਾਂਦੀ ਹੈ। ਅਤੇ ਦਇਆ ਤੋਂ ਬਗੈਰ ਧਰਮੀ ਵੀ ਬਣਾਉਂਦਾ, ਧਰਮੀ ਬਣਨ ਤੋਂ ਬਗੈਰ ਵੀ ਅਸੀਂ ਪਰਉਪਕਾਰ ਨਹੀਂ ਕਰ ਸਕਦੇ। ਸੋ ਗੁਰੂ ਪਿਆਰਿਓ, ਆਓ ਆਪਾਂ ਸੇਵਾ 'ਚ ਹਾਜ਼ਰ ਹੋਈਏ। ਸੋ ਮੈਂ ਜੋ ਪਹਿਲੇ ਕਲਿੱਪ ਦਿਖਾਏ ਕੰਚ TV ਦੀਆਂ ਜਿਹੜੀਆਂ ਟੀਮਾਂ ਨੇ ਜਾ ਕੇ ਸੇਵਾ ਕਰ ਰਹੀਆਂ ਨੇ, ਆਟੇ ਦੀ ਜਗ੍ਹਾ ਆਟਾ ਦੇ ਰਹੇ ਨੇ, ਪਾਣੀ ਦੀ ਜਗ੍ਹਾ ਪਾਣੀ ਦੇ ਰਹੇ ਨੇ, ਤਰਪਾਲਾਂ ਦੀ ਜਗ੍ਹਾ ਤਰਪਾਲਾਂ ਦੇ ਰਹੇ ਨੇ। ਮੈਂ ਫਿਰ ਇੱਥੇ ਬੇਨਤੀ ਕਰਾਂ, ਜਿਹੜੇ ਬਾਕੀ ਦੇ ਸਮਾਜ ਸੇਵਾਵਾਂ ਭਾਵੇਂ ਕਿਸੇ ਵੀ ਸਮਾਜ ਦੇ ਨਾਲ ਸੰਬੰਧ ਰੱਖਦੇ ਨੇ, ਜਿਹੜੀਆਂ ਅੱਜ ਪੰਜਾਬ ਦੇ ਇਸ ਸੰਕਟ ਦੇ ਵਿੱਚ ਸੰਕਟ ਮੋਚਨ ਬਣ ਕੇ ਸੇਵਾਵਾਂ ਨਿਭਾ ਰਹੇ ਨੇ, ਅਸੀਂ ਉਹਨਾਂ ਨੂੰ ਕੰਚ TV ਤੇ ਬੈਠ ਕੇ ਸਲਾਮ ਕਰਦੇ ਹਾਂ, ਸਲੂਟ ਕਰਦੇ ਹਾਂ। ਆਓ ਰਲ ਮਿਲ ਕੇ, ਪੰਜਾਬ ਸਾਡਾ ਸਾਂਝਿਆਂ ਦਾ ਪੰਜਾਬ ਆ, ਸਾਰਿਆਂ ਦਾ ਪੰਜਾਬ ਆ, ਇੱਕ ਵਰਗ ਦਾ ਪੰਜਾਬ ਨਹੀਂ। ਕਿਸੇ ਇੱਕ ਨੇ ਠੇਕਾ ਨਹੀਂ ਲਿਆ। ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਉਹ ਪੰਜਾਬੀ ਹੈ। ਪੰਜਾਬੀ ਨੂੰ ਆਪਣੇ ਪੰਜਾਬ ਤੇ ਪਏ ਦੁੱਖ ਦਾ ਦੁੱਖ ਹੋਣਾ ਚਾਹੀਦਾ, ਅਤੇ ਉਹ ਦੁੱਖ ਨੂੰ ਨਜਿੱਠਣ ਵਾਸਤੇ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਹਰ ਦੇ ਨਾਲ ਸਾਥ ਦੇ ਕੇ ਪੰਜਾਬ ਦੇ 'ਚੋਂ ਮੁਸੀਬਤ ਦੂਰ ਕਰਨੀ ਚਾਹੀਦੀ ਹੈ। ਫਿਰ ਕੀ ਹੋਇਆ ਜੇ ਬਾਹਰਲਾ ਕੋਈ ਨਹੀਂ ਪੁੱਛਦਾ ਹੈ। ਅੱਜ ਸਾਰਾ ਪੰਜਾਬ ਬਾਹਰ ਬੈਠਾ ਹੈ। ਪੰਜਾਬ ਨੇ ਵੱਡੇ ਸਾਰ ਕਰ ਦਿੱਤੇ, ਬਹੁਤ ਵੱਡੇ ਸਾਰ ਕਰ ਦਿੱਤੇ। ਮੇਰੇ ਸਤਿਕਾਰਯੋਗ ਬਜ਼ੁਰਗਾਂ ਨੇ NRI ਤੇ ਗੱਲ ਕੀਤੀ। NRI ਨੇ ਤਾਂ ਬਹੁਤ ਵੱਡੀਆਂ ਮਾਰਾਂ ਮਾਰੀਆਂ ਆ। NRI ਤੇ ਬੜੀ ਕਿਰਪਾ, ਜੇ ਬਾਹਰ ਆਏ ਆ ਤੇ ਬਾਹਰ ਆ ਕੇ ਆਪਣਾ ਪਿੱਛਾ ਨਹੀਂ, ਕੋਈ ਪਿਛੋਕੜ ਨਹੀਂ ਕੋਈ ਭੁੱਲਿਆ, ਪਿੰਡਾਂ ਦੀਆਂ ਗਲੀਆਂ ਤੱਕ ਨਹੀਂ ਭੁੱਲਿਆ। ਪਿੰਡਾਂ ਦੀ ਇੱਟ ਜੇ ਕਿਸੇ ਦੇ ਠੋਕਰ ਲੱਗੀ ਆ ਤੇ NRI ਨੇ ਉਹ ਠੋਕਰ ਲੱਗਣ ਵਾਲੇ ਦਾ ਵੀ ਇਲਾਜ ਕਰਾਇਆ, ਹਸਪਤਾਲ ਬਣਾ ਦਿੱਤੇ ਆ, ਤੇ ਉਹ ਗਲੀਆਂ ਵੀ ਜਿੱਥੇ ਠੋਕਰਾਂ ਲੱਗਦੀਆਂ ਉਹ ਗਲੀਆਂ ਵੀ ਪੱਕੀਆਂ ਕਰਵਾਤੀਆਂ। ਤੇ ਜਿਸ ਹਨੇਰੇ ਦੇ ਠੋਕਰਾਂ ਲੱਗਦੀਆਂ ਉੱਥੇ ਚਾਨਣ ਵੀ ਕਰਤਾ, ਲਾਈਟਾਂ ਵੀ ਲਾਤੀਆਂ। ਜਿਨ੍ਹਾਂ ਪਿੰਡਾਂ ਦੇ ਵਿੱਚੋਂ ਬੋਆਂ ਆਉਂਦੀਆਂ ਸੀਗੀਆਂ, ਛੱਪੜਾਂ 'ਚ ਆਉਂਦੀਆਂ ਸੀ, ਉੱਥੇ ਪਾਰਕਾਂ ਬਣਾਤੀਆਂ। ਜਿਨ੍ਹਾਂ ਸਕੂਲਾਂ ਦੇ ਵਿੱਚ ਬਹਿਣ ਨੂੰ ਚਿੱਤ ਨਹੀਂ ਕਰਦਾ, ਸਕੂਲਾਂ ਦੀਆਂ ਇਮਾਰਤਾਂ ਬਣਾਤੀਆਂ। ਜਿੱਥੇ ਕਿਤੇ ਸਾਡੇ 4 ਪ੍ਰਾਹੁਣਿਆਂ ਦੇ ਬੈਠਣ ਦੀ ਜਗ੍ਹਾ ਨਹੀਂ ਸੀ, ਉੱਥੇ ਵੱਡੇ ਹਾਲ ਬਣਾਤੇ। ਇਹ NRI ਦੀ, ਚਲੋ ਜਿੰਨਾ ਕਿਸੇ ਦਾ ਸਰਦਾ। ਅੱਜ ਵੀ ਮੁਸ਼ਕਲ ਦੇ ਵਿੱਚ NRI ਨੇ ਕਾਫੀ ਯੋਗਦਾਨ ਪਾਇਆ। ਸਾਰਿਆਂ ਦਾ ਬਹੁਤ ਧੰਨਵਾਦ। ਆਓ ਸੇਵਾ ਦੇ ਵਿੱਚ ਹਿੱਸਾ ਲਈਏ। ਆਓ ਮੈਂ ਕੁਝ ਕੁ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਿਹਾ, ਜਿਹੜੀਆਂ ਕਿ ਮੈਂ ਦਿੱਲੀ ਦੀ ਕਦੀ ਡਾਇਰੀ ਲੈਂਦਾ ਹੁੰਦਾ। ਸੋ ਉਹਦੇ ਵਿੱਚੋਂ ਵੀ ਮੈਂ ਫੋਟੋਆਂ ਦਿਖਾਵਾਂਗਾ। ਅੰਮ੍ਰਿਤਬਾਣੀ ਸੈਂਟਰ ਦੇ ਵਿੱਚ ਪਿਛਲੇ ਹਫ਼ਤੇ ਮਹਾਂਪੁਰਸ਼ਾਂ ਦਾ ਸਰਬੰਦਾਜ ਦਾ ਜੋਤੀ ਜੋਤ ਸਮਾਜਪੁਰ ਬਣਾਇਆ ਸੀ। ਸੋ ਉੱਦਣ ਵੀ ਕਾਫੀ ਸੰਗਤਾਂ ਨੇ ਸੇਵਾ ਕੀਤੀਆਂ। ਅੱਜ ਦਿੱਲੀ ਤੋਂ ਸੰਗਤਾਂ ਆਈਆਂ ਹੋਈਆਂ ਸੀ ਅੰਮ੍ਰਿਤਬਾਣੀ ਸੈਂਟਰ ਦੇ ਵਿੱਚ, ਲੁਧਿਆਣੇ ਤੋਂ ਆਰਡਰ ਵੀ ਤੋਂ ਆਈਆਂ ਹੋਈਆਂ ਸੀ। ਉਹਨਾਂ ਦਾ ਸਨਮਾਨ ਕੀਤਾ ਗਿਆ। ਸੋ ਉਹ ਪੁਰਾਣੀ ਜਿਹੜੇ ਜਦੋਂ ਕਾਂਛੀ ਨੂੰ ਗੱਡੀ ਜਾਂਦੀ ਹੈ ਤੇ ਰਸਤੇ ਦੇ ਵਿੱਚ ਲੁਧਿਆਣੇ ਦੇ ਵਿੱਚ ਸਟੇਸ਼ਨ ਦੇ ਉੱਤੇ ਉਹ ਸੰਸਥਾ ਨਾਲੇ ਕੀਰਤਨ ਵਾਸਤੇ ਸੰਗਤਾਂ ਚੜ੍ਹਦੀ ਹੈ, ਬੀਬੀਆਂ ਚੜ੍ਹਦੀਆਂ ਨੇ, ਸਾਰੀ ਹੀ
28 ਘੰਟੇ ਪਾਠ ਦੇ ਵਿੱਚ ਕੀਰਤਨ ਕਰਦੀਆਂ ਬੀਬੀਆਂ ਜਾਂਦੀਆਂ ਨੇ ਬਾਣੀ ਦਾ। ਔਰ ਉਹ ਅੱਜ ਉੱਥੇ ਸੈਂਟਰ ਵਿੱਚ ਆਏ ਸਨ, ਉਹਨਾਂ ਦਾ ਸਨਮਾਨ ਕੀਤਾ ਗਿਆ। ਔਰ ਜਿਹੜੇ ਉੱਥੇ ਲੰਗਰ ਦੀ ਸਾਰੀ ਟ੍ਰੇਨ ਦੀ ਜਿਹੜੇ 30 ਡੱਬਿਆਂ ਦੀ ਸਾਰਿਆਂ ਦੀ ਪੈਕਿੰਗ ਲੰਗਰ ਦੀ ਦਿੰਦੇ ਨੇ, ਉਹ ਸੇਵਾਦਾਰ ਅੱਜ ਆਏ ਸੀ। ਸੋ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ। ਗੁਰੂ ਪਿਆਰਿਓ, ਆਓ ਜਿਹੜਾ ਵੀ ਮਾਨਵਤਾ ਨੂੰ, ਸੇਵਾ ਨੂੰ ਸਮਰਪਿਤ ਆ, ਸਾਡੇ ਲਈ ਸਿਰ ਮੱਥੇ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਸੋ ਮੈਂ ਕੁਝ ਕੁ ਤਸਵੀਰਾਂ ਦਿਖਾਉਣ ਜਾ ਰਿਹਾ, ਕਿਉਂਕਿ ਮੈਂ ਵਾਅਦਾ ਕੀਤਾ ਆਪਣੇ ਦਿੱਲੀ ਦੀਆਂ ਤਸਵੀਰਾਂ ਦਿਖਾਓ ਜੀ ਜਰਾ। ਮਨੀ ਜੀ, ਇਹ ਤਾਂ ਪਿਛਲੇ ਹਫਤੇ ਦੀਆਂ ਜਦੋਂ ਸੰਤ ਸਰਬੰਦਾਸ ਦਾ ਮਨਾਇਆ ਗਿਆ। ਇਹ ਰਲ ਪਰਿਵਾਰ ਆ, ਸਵਰਗਵਾਸੀ ਸ਼ੰਕਰ ਸਿੰਘ ਦੀ ਬੀਬੀ ਭਾਗੋ ਦਾ ਪਰਿਵਾਰ, ਬਲਵਿੰਦਰ ਰਲ ਜੀ, ਸਲਿੰਦਰ ਰਲ ਜੀ, ਬੀਬੀ ਬਲਵਿੰਦਰ ਕੌਰ, ਹਰਜਿੰਦਰ ਜੀ ਉਹਦੇ ਬੱਚੇ, ਤੇ ਮੇਰੇ ਸਤਿਕਾਰਯੋਗ ਮਾਤਾ ਜੀ ਬੀਬੀ ਭਾਗੋ ਜੀ ਖੜੇ ਨੇ। ਤੇ ਇੰਡੀਆ ਤੋਂ ਆਏ ਹੋਏ ਮਹਾਂਪੁਰਸ਼ ਸੰਤ ਗੁਰਦੀਪ ਗਿਰੀ ਜੀ ਪਠਾਨਕੋਟ ਤੇ ਬੂਟਾ ਮੰਡੀ ਵਾਲੇ ਸੰਤ ਰਜਿੰਦਰ ਕੁਮਾਰ ਜੀ ਬੈਠੇ ਨੇ। ਇਹਨਾਂ ਦਾ ਪਿਛਲੇ ਹਫਤੇ ਸਤਿਕਾਰ ਕੀਤਾ ਜੀ। ਦਿਖਾਈ ਜਾਓ ਹੌਲੀ ਹੌਲੀ ਜੀ। ਸੋ ਇਹ ਜਦੋਂ ਆਰਤੀ ਹੁੰਦੀ ਆ, ਸਾਡੇ ਸੈਕਟਰੀ ਸਾਹਿਬ ਤੇ ਉਹਨਾਂ ਦੇ ਪੁੱਤਰ ਸੋ ਖੜੇ ਨੇ। ਅੱਜ ਇਹ ਸੇਵਾਦਾਰ ਉੱਥੇ ਆਏ ਸੀਗੇ। ਸੋ ਗੁਰੂ ਦੇ ਪਿਆਰਿਓ, ਇਹ ਉਹਨਾਂ ਦੀ ਕੀਤੀ ਗਈ। ਅੱਜ ਧਨੀ ਰਾਮ ਗੱਡੂ ਜੀ ਦਾ ਸਪੁੱਤਰ ਲੰਡਨ ਤੋਂ ਆਏ ਸੀ ਪਹਿਲੀ ਵਾਰੀ ਮਿਲਣ ਵਾਸਤੇ। ਸਾਡੇ ਦਰਬੀ ਦੇ ਕੌਂਸਲਰ ਸਾਹਿਬ ਔਰ ਬੀਬੀ ਦੇਬੋ ਕਲੇਰ ਜੀ, ਜਿਨ੍ਹਾਂ ਨੇ ਅੱਜ ਬਜ਼ੁਰਗਾਂ ਦੀ ਬਰਸੀ ਮਨਾਈ। ਹਾਂ, ਮੈਂ ਇੱਕ ਗੱਲ ਕਰਦੇ ਹਾਂ, ਅਸੀਂ ਜੇ ਬਰਸੀ ਮਨਾਉਣ ਆਉਂਦਾ ਉੱਥੇ ਅਸੀਂ ਇਹ ਨਹੀਂ ਸਿਖਾਈਦਾ ਵੀ ਬਾਬਿਆਂ ਦੀ ਬਰਸੀ ਬਣਾਤੀ ਜਾਂ ਫਲਾਣੇ ਦੀ। ਅਸੀਂ ਉਹਦੀ ਜਿਹੜੀ ਜਨਰੇਸ਼ਨ, ਨਵੀਂ ਜਨਰੇਸ਼ਨ ਨੂੰ ਦੱਸੀਦਾ ਆਹ ਦੇਖੋ ਤੁਹਾਡੇ ਮਾਪੇ ਆਪਣੇ ਬਜ਼ੁਰਗਾਂ ਨੂੰ ਚੇਤੇ ਕਰ ਰਹੇ ਨੇ, ਉਹਨਾਂ ਦੀ ਗਿਆਨ ਦੀ ਵੀ ਸੇਵਾ ਕਰ ਰਹੇ ਨੇ। ਤੇ ਅਸੀਂ ਉੱਥੇ ਬੇਨਤੀ ਕਰੀਦੀ ਹੈ ਕਿ ਬੱਚਿਓ ਆਪਣੇ ਮਾਂ-ਬਾਪ ਦੀ ਸੇਵਾ ਕਰੋ। ਦੇਖੋ ਇਹਨਾਂ ਦੇ ਮਾਪੇ, ਤੁਹਾਡੇ ਦਾਦੇ ਪੜਦਾਦੇ ਚਲੇ ਗਏ, ਤੁਹਾਡੇ ਮਾਂ-ਬਾਪ ਅਜੇ ਤੱਕ ਉਹਨਾਂ ਦੀ ਸੇਵਾ ਕਰ ਰਹੇ ਨੇ, ਗਿਆਨ ਹੋਇਆਂ ਦੀ ਵੀ, ਤੇ ਤੁਸੀਂ ਜੀਂਦਿਆਂ ਦੀ ਸੇਵਾ ਕਰੋ। ਅਸੀਂ ਉੱਥੇ ਆਹ ਚੀਜ਼ਾਂ ਦੱਸੀ ਦੀਆਂ। ਸੋ ਗੁਰੂ ਦੇ ਪਿਆਰਿਓ, ਇਹ ਸਾਡੇ ਦਿੱਲੀ ਆਪਣੇ ਲੁਧਿਆਣੇ ਤੋਂ ਆਏ ਹੋਏ ਰਮੇਸ਼ ਕਲੇਰ ਜੀ, ਔਰ ਡਰਬੀ ਤੋਂ ਮਨਜੀਤ ਜੀ, ਭਾਈ ਸਾਹਿਬ ਕੌਂਸਲਰ ਸਾਹਿਬ, ਨਿਰਮਲ ਚੰਦਰ ਡੋਗਰ ਜੀ, ਬੀਬੀ ਜੀ, ਆਪਣੇ ਨਾਲ ਸਾਡੇ ਉੱਥੇ ਜਿਹੜਾ ਕੀਰਤਨ ਦਰਬਾਰ, ਕੀਰਤਨ ਮੰਡਲੀ ਬਣੀ ਹੋਈ ਹੈ, ਕੀਰਤਨ ਸੰਸਥਾ ਬਣੀ ਲੁਧਿਆਣੇ ਦੇ, ਉੱਥੋਂ ਦੇ ਬੀਬੀ ਆਏ ਨੇ। ਇਹ ਸਾਡੇ ਕੈਂਥ ਸਾਹਿਬ ਸੌਥਾਲ ਤੋਂ ਜਿਹੜੇ ਸੇਵਾਦਾਰ ਨੇ ਆਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਸੋ ਬੀਬੀਆਂ ਲੰਗਰ ਹਾਲ ਦੇ ਵਿੱਚ ਲੰਗਰ ਬਣਾ ਰਹੀਆਂ ਨੇ। ਸੋ ਇਹ ਸੇਵਾਦਾਰ ਲੰਗਰ ਛਕਾ ਰਹੇ ਨੇ। ਸੋ ਗੁਰੂ ਦੇ ਪਿਆਰਿਓ, ਇੱਦਾਂ ਸਾਡਾ ਚੱਲਦਾ ਰਹਿੰਦਾ ਪ੍ਰੋਗਰਾਮ। ਇਹ ਦਿੱਲੀ ਦੇ ਵਿੱਚ ਸਾਡੇ ਕੰਚ ਟੀਵੀ ਦੇ ਪ੍ਰੈਜੈਂਟਰ ਜਸਵਿੰਦਰ ਪੌਲ ਜੀ, ਉਹਨਾਂ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਗੁਰੂ ਘਰ ਦੇ ਵਿੱਚ ਹੀ, ਦੇਖੋ ਧਿਆਨ ਦਿਓ, ਸਾਰੇ ਗੁਰੂ ਘਰ ਦੀ ਸੇਵਾ ਵੀ ਕਰਦੇ ਆ ਤੇ ਗੁਰੂ ਘਰ ਦੇ ਵਿੱਚ ਹੀ ਜਨਮ ਦਿਹਾੜਾ ਮਨਾਉਂਦੇ ਨੇ। ਇਹ ਗਜ਼ਟਡ ਆਫੀਸਰ ਹੈ। ਸੋ ਸੇਵਾ ਉੱਥੇ ਜਾ ਕੇ ਸਾਰੇ ਰੋਜ਼ ਝਾੜੂ ਬਹਾਰੀ ਦੀ ਬਾਣੀ ਦੀ ਕਰਦੇ ਨੇ। ਸੋ ਜਸਵਿੰਦਰ ਪੌਲ ਜੀ ਪ੍ਰੋਗਰਾਮ ਦੇਖ ਰਹੇ ਹੋ, ਤੁਹਾਨੂੰ ਤੁਹਾਡੀਆਂ ਬਹੁਤ ਬਹੁਤ ਵਧਾਈਆਂ। ਤੁਹਾਡੇ ਬੱਚੇ ਬਹੁਤ ਵਧੀਆ ਐਜੂਕੇਸ਼ਨ ਲੈ ਰਹੇ ਨੇ। ਇਹ ਬੱਚਾ ਇਹਨਾਂ ਦਾ ਇੱਕ ਐਜੂਕੇਸ਼ਨ, ਦੋਨੇ ਬੱਚੇ ਲੜਕੀ ਲੜਕਾ IAS ਕਰ ਰਹੇ ਨੇ। ਸੋ ਮਹਾਰਾਜ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਕਰੇ ਜੀ। ਸੋ ਜਸਵਿੰਦਰ ਪਾਲ ਜੀ, ਤੁਹਾਨੂੰ ਬਰਥਡੇ ਮੁਬਾਰਕ, ਬਹੁਤ ਬਹੁਤ ਧੰਨਵਾਦ। ਸੋ ਇਹ ਰਾਮ ਪ੍ਰਕਾਸ਼ ਜੀ, ਜਿਨ੍ਹਾਂ ਨੂੰ ਅਸੀਂ ਸਤਿਕਾਰ ਦਿੱਤਾ ਸੀ ਪਿਛਲੇ ਹਫਤੇ ਸੰਗਤਾਂ ਵੱਲੋਂ, ਕਿਉਂਕਿ ਸਾਰਾ ਦਿਨ ਹੀ ਉੱਥੇ ਸੇਵਾ ਜਾ ਕੇ ਕਰਦੇ ਰਹਿੰਦੇ ਨੇ। ਸੋ ਇਵੇਂ ਹੀ ਸਾਡੇ ਦਲਵੀਰ ਮਢਾਰ ਜੀ ਜਾ ਕੇ ਉੱਥੇ ਸੇਵਾ ਕਰਦੇ ਰਹਿੰਦੇ ਨੇ ਸਾਰੀ ਦਿਹਾੜੀ, ਔਰ ਇਹਨਾਂ ਦਾ ਸਤਿਕਾਰ ਕੀਤਾ ਗਿਆ ਸੀ। ਔਰ ਜਿੰਨੇ ਵੀ ਇਹ ਸਾਰੇ ਹੈਰੀਟੇਜ ਵਾਲੀ ਸੰਸਥਾ ਆਈ ਸੀ, ਜੱਸੀ ਜੀ ਇਹਨਾਂ ਨੇ ਕੀਰਤਨ ਕੀਤਾ ਸੀ। ਸੋ ਇਹਨਾਂ ਸਾਰਿਆਂ ਦਾ ਉੱਥੇ ਸਤਿਕਾਰ ਕੀਤਾ ਗਿਆ ਸੀ ਪਿਛਲੇ ਹਫਤੇ। ਸੋ ਗੁਰੂ ਪਿਆਰਿਓ, ਆਓ ਇਹਦਾ ਸਤਿਕਾਰ ਕਰਨ ਦਾ ਇੱਕੋ ਹੀ ਮਕਸਦ ਹੈ ਬਈ ਜੇਕਰ ਸੰਗਤਾਂ ਆਉਂਦੀਆਂ, ਭਾਈ ਤੁਸੀਂ ਗੁਰੂ ਘਰ ਆਉਂਦੇ ਹੋ, ਗੁਰੂ ਘਰ ਆ ਕੇ ਸੇਵਾ ਕਰਦੇ ਹੋ, ਬਈ ਜੇ ਗੁਰੂ ਘਰਾਂ ਦੇ ਵਿੱਚੋਂ ਪ੍ਰਧਾਨ ਆਪਣੇ ਆਪ ਨੂੰ ਪ੍ਰਧਾਨ ਸਮਝੀ ਵਾਏ, ਭਾਈ ਸੰਗਤ ਦੇ ਸਿਰ 'ਤੇ ਚੱਲਦਾ, ਸੰਗਤ ਦਾ ਸਤਿਕਾਰ ਹੀ ਵੱਡੇ ਵੱਡੇ ਕੰਮ ਕਰ ਦਿੰਦਾ। ਅਸੀਂ ਸੰਗਤ ਨੂੰ ਮਾਣ ਦਿੰਦੇ ਹਾਂ। ਕੋਈ ਪ੍ਰਧਾਨਗੀਆਂ ਪ੍ਰਧੂਨਗੀਆਂ ਨਹੀਂ, ਪ੍ਰਧਾਨਗੀਆਂ ਸਾਡੇ ਇੱਕੋ ਹੀ ਪ੍ਰਧਾਨ ਹੈ ਜਿਹਦੇ ਚਰਨਾਂ 'ਚ ਹੀ ਮੱਥਾ ਟੇਕਦੇ ਆ। ਸੋ ਆਓ ਗੁਰੂ ਪਿਆਰੇ, ਬੀਬੀਆਂ ਜਦੋਂ ਸੇਵਾ ਕਰਨ ਤੋਂ ਬਾਅਦ ਆਰਤੀ ਵੀ ਉਤਾਰਦੀਆਂ ਨੇ ਮਹਾਂਪੁਰਸ਼ਾਂ ਚੰਨ, ਇਹ ਉੱਥੇ ਦੀਆਂ ਝਾਕੀਆਂ ਨੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦੀਆਂ ਵੀ ਤਸਵੀਰਾਂ ਦਿਖਾਈਆਂ, ਸੋ ਪਿਛਲੇ ਹਫਤੇ ਦੀਆਂ ਵੀ ਤਸਵੀਰਾਂ ਦਿਖਾਈਆਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਆਓ ਗੁਰੂ ਪਿਆਰਿਓ, ਮੈਂ ਫਿਰ ਉੱਧਰ ਨੂੰ ਆ ਜਾਵਾਂ
कि अज असी जुड़े हुए हाँ। असी उत्थों भी संगतां ने अज काफ़ी माया दिती है, अमृतबाणी सेंटर दे विच्चों भी काफ़ी बंगा जी दे कोल मैं जमा कुछ कराई है, कुछ रहिंदी है तकरीबन। सो आओ गुरु दे प्यारिओ, जिन्नी भी माया आउंदी जांदी है असी जमा कराई दी आ, वो जिथे लोड़ हुंदी है भेजी जाती है। फिर मैं बेनती करदा अज फिर जिहड़ियां संगतां ने माया दिती, बीबी बलवीर कौर जी 50 पाउंड, बीबी शिंदो गुरु जी 50 पाउंड, नीलम लोगा जी 50 पाउंड, बीबी रतनी जी 50 पाउंड, बीबी चारनी जी 30 पाउंड, मीना बॉबी जी 30 पाउंड, सोम प्रकाश जी 50 पाउंड, लुगा साहब 50 पाउंड पहले दिते सी, 50 पाउंड अज, दौलतरा मल जी 50 पाउंड, राम प्रकाश जी 25 पाउंड, बीबी रतनी चौंकड़िया जी 50 पाउंड, और इस तरीके नाल सुरिंदर सिद्धू जी ते बीबी चरण कौर जी उन्होंने 50 पाउंड दिते ने। संजीव सैजल जी 30 पाउंड दे रहे ने। सैजल जी तुहाडा बहुत बहुत धन्यवाद। सो आओ गुरु प्यारिओ, मैं फिर बेनती करदा, मेरे थोड़े जिहा मिनट रह गए, मेरा प्रोग्राम खत्म होने वाला, जिथे मैं गुरु के चरणों में तुहाडे लई खैरा मंगदा, उत्थे मैं पंजाब दे विच जिहड़े इस वेले दुख दे घेरे विच आए हुए ने, जिन्हां ते मुसीबत पई है, जिन्हां दे घरां दे चुल्हे भी ढह गए ने, घरां 'च पानी पै गया, जो माड़ा मोटा बचिया खुशिया सी वो भी पानी दे नाल गल सड़ गया, पशुआं दा जीवां दा काफ़ी उत्थे माड़ा हाल है। आओ उन्हां दे दुख नूं दूर करन वास्ते उन्हां दी सहायता करिए। पानी उतरना थोड़ा बहुत शुरू हो गया, जिदण पानी भावें सारा लै जावे, जिहड़ा पानी चिक्कड़ लैके आया, जिस पानी ने घर दे विच 5-5 फुट चढ़ के जो तुहाडे शिंगारे हुए घरां नूं दलिद्दर बना दिता है, तो उन्होंने सवारन वास्ते भी काफ़ी चिर लगना। तो मैं पिछले हफ्ते भी जिदन का मैं प्रोग्राम देन लगा, पंजाब सरकार ने भी बेनती की है, तो भारत की सरकार ने भी, भारत नूं सरकार जिथे बाकी सूबियां नूं बड़े फंड देने ने, उत्थे पंजाब का ही बराबर हिस्सा पंजाब में भी नज़रअंदाज ना किया जाए। साडी बेनती है प्रधानमंत्री जिहड़े बनते फंड ने पंजाब का जो बनता हिस्सा वो दिता जाए। तो जो पंजाब के चीफ मिनिस्टर या उसकी कैबिनेट आ, उन्होंने भी बेनती है भी जो तुहाडे कोल फंड आउण जां जिहड़े तुसीं फंड नियत किए हुए ने, सो वो बिना वितकरे दे उत्ते सारिਆਂ ਨੂੰ ਦਿੱਤੇ जाण। किते किताबां विच जां कापियां विच ना रह गए भी इहदी छत पै गई आ, तो छत पई ना होवे ते किताबां 'च पै जावे। ये साडी बेनती है, न्याय करियो, क्योंकि इन्हां हड़ां ने भावें कोई गरीब सी अमीर सी। एक ध्यान दिओ, मैं गल लगा करन, पानी ने पुछया भी मैं इस घर नहीं जाना। जदों मीह पैंदा सी, उन्हें किसी ने पुछया भी मैं अज फलाने दे घरे जाना, क्योंकि गरीब आ, ये नीवें आ, ये नीचे आ, अज मैं इन्हां दे घर ही पैना, तो मैं अमीरां दे घर जां जिहड़े उच्चियां जातां मैं उन्हां दे घर नहीं पैना। किसी ने ये मीह ने पछाण कीती है? नहीं। जे कुदरत नूं ये चीज़ां मंजूर नहीं, तो फिर कुदरत नूं आपां चैलेंज को करते हैं भी भाई आ कुदरत ने सारे ही बराबर रखे हुए ना, कोई नहीं छड्डिया। जिन्नी तकलीफ अज गरीब नूं आ, उन्नी तकलीफ उन्ना पानी एक अमीर दे आदमी में चढ़िया। जे अमीर दे चिट्टे कपड़े पाए सी वो भी गंदे हुए आ, ते अमीर दे गरीब दे तो गंदे जड़े गंदे है गई आ। सो गुरु दे प्यारिओ, आओ आपां इन्हां नूं थोड़ी जी डुगाई ना सोच लईए भी नेचर नाल आपां ना छेड़छाड़ करिए, चैलेंज ना करिए। सो मैं फिर बेनती करां, तुहाडे सहयोग की जरूरत अपने को तुहाडा बहुत बहुत धन्यवाद। जिन्ना भी तुसीं हुण तक भेजिया, जिन्ना का देखो कंच टीवी दीयां गड्डियां पिंडां दे विच गईयां होईयां ने, पानी जगह ते पानी दे नाल जिहड़ी जिहड़ी चीज़ की जरूरत है वो बना बना के संगतां नूं दित्ता जा रहा। सो ये कंची टीवी दा एक उपराला, लेकिन ये उपराला जिहड़ी ओहदी कीमत आ वो तुसीं दित्ती है। उपराला इत्थे बह के
ਅਸੀਂ ਬੇਨਤੀ ਕਰਨਾ ਸਾਡੇ ਇਹ ਫਰਜ਼ ਵੀ ਹੈ ਤੇ ਕਰਨੀ ਵੀ ਚਾਹੀਦੀ ਹੈ। ਲੇਕਿਨ ਜੋ ਤੁਸੀਂ ਤਿਲ ਫੁੱਲ ਦਿੱਤਾ, ਆ ਜੋ ਕੁਛ ਵੰਡ ਰਹੇ ਆ ਜਾਂ ਜੋ ਕੁਛ ਵੀ ਦੇ ਰਹੇ ਆ ਜਾਂ ਜਿਹਨੂੰ ਕੋਈ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜੋ ਦੇ ਰਹੇ ਆ, ਉਹ ਤੁਹਾਡੇ ਦਿੱਤੇ ਹੋਏ ਸਹਿਯੋਗ, ਜੋ ਤੁਸੀਂ ਤਿਲ ਫੁੱਲ ਜੋ ਵੀ ਸੇਵਾ ਭੇਟਾ ਤੁਸੀਂ ਇੱਥੇ ਦਿੱਤੀ ਆ 50 100 200 400 500, ਸੋ ਉਹਦੇ ਨਾਲ ਉੱਥੇ ਚੀਜ਼ਾਂ ਖਰੀਦ ਕੇ ਦਿੱਤੀਆਂ ਜਾ ਰਹੀਆਂ। ਸੋ ਗੁਰੂ ਦੇ ਪਿਆਰੇ, ਅਸੀਂ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਸੇਵਾਦਾਰ ਨੂੰ ਵੀ ਜਿੱਥੇ ਜਾਣ ਵੀ ਕੋਸ਼ਿਸ਼ ਕਰਿਓ ਵੀ ਜਿੱਥੇ ਤੱਕ ਕੋਈ ਬੰਦਾ ਪਹੁੰਚ ਨਹੀਂ ਸਕਿਆ, ਤੁਸੀਂ ਕੋਸ਼ਿਸ਼ ਕਰਿਓ ਉੱਥੇ ਤੱਕ ਵੀ ਜਾ ਕੇ। ਕਈ ਵਾਰੀ ਸੋਚ ਲੈਂਦੇ ਵੀ ਉਹ ਪਿੰਡ ਬਹੁਤ ਦੂਰ ਆ, ਉੱਥੇ ਕਿੱਦਾਂ ਜਾਣਾ। ਵੈਸੇ ਤਾਂ ਅਸੀਂ ਦੇਖਿਆ ਵੀ ਕਿਸੇ ਗੱਲ ਦੀ ਘਾਟ ਨਹੀਂ ਛੱਡੀ ਸੇਵਾਦਾਰਾਂ ਨੇ। ਗੁਰੂ ਘਰਾਂ ਦੇ ਵਿੱਚੋਂ ਜਿੱਥੇ ਜਿੱਥੇ ਵੀ ਧਾਰਮਿਕ ਸੰਸਥਾਵਾਂ, ਮਹਾਂਪੁਰਸ਼ਾਂ ਦੀ ਜਿੱਥੇ ਜਿੱਥੇ ਵੀ ਕੋਸ਼ਿਸ਼ ਹੋਈ ਆ ਭੇਜਣ ਦੀ, ਉੱਥੇ ਕੀਤਾ ਸਭ ਕੁਝ। ਸੋ ਬਹੁਤ ਬਹੁਤ ਮੈਂ ਫਿਰ ਬੇਨਤੀ ਕਰਾਂ ਗੁਰੂ ਦੇ ਪਿਆਰੋ, ਅਖੀਰ ਦੇ ਵਿੱਚ ਮੇਰੇ ਕੋਲ ਸਮਾਂ ਬੜਾ ਥੋੜ੍ਹਾ, ਜੇਕਰ ਕੋਈ ਸੇਵਾ ਭੇਜਣੀ ਚਾਹੁੰਦਾ ਹੈ, ਜੇ ਕਰਨੀ, ਮੇਰੀ ਬੇਨਤੀ ਹੈ ਵੀ 2-4 ਹੋਰ ਫੋਨ ਕਰੋ, ਥੋੜ੍ਹਾ ਬਹੁਤ ਆਪਾਂ ਹੋਰ ਹੰਬਲਾ ਮਾਰੀਏ ਕਿ ਜੋ ਤੁਸੀਂ ਸੇਵਾ ਭੇਜੋਗੇ ਉਹ ਕੁਛ ਨਾ ਕੁਛ ਤਾਂ ਉੱਥੇ ਖਰੀਦ ਕੇ ਦਿੱਤਾ ਜਾਊਗਾ ਕਿਸੇ ਗਰੀਬ ਦੇ ਕੋਲ ਜਾਂ ਕਿਸੇ ਕੋਲ ਜਿਹਨੂੰ ਕੋਈ ਤਕਲੀਫ ਉਹਨੂੰ ਪਹੁੰਚ ਸਕੇ। ਜਿਵੇਂ ਜਿਵੇਂ ਅਸੀਂ ਪਿੰਡ ਦੇ ਅੱਗੇ ਜਾ ਰਹੇ ਹਾਂ, ਸੋ ਇਹ ਹਾਲਾਤ ਸਾਡੇ ਸੰਜੀਵ ਸਹਿਜਲ ਜੀ, ਉਹਨਾਂ ਨੇ ਹੁਣੇ 30 ਪਾਉਂਡ ਦਿੱਤੇ ਨੇ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਅਸੀਂ ਜਦੋਂ ਨਾ ਤੁਹਾਨੂੰ ਇੰਟਰਵਿਊ ਸੁਣਾਵਾਂਗੇ, ਰੋ ਰੋ ਕੇ ਉੱਚੀ ਉੱਚੀ ਰੋ ਰੋ ਕੇ ਆਪਣੇ ਉੱਥੇ ਦੇ ਦੁਖੀ ਆਦਮੀ ਬਿਆਨ ਕਰਦੇ ਨੇ ਵੀ ਸਾਨੂੰ ਇੰਨੇ ਚਿੱਕੜ 'ਚ, ਇੰਨੇ ਪਾਣੀ 'ਚ ਕਿਹਨੇ ਕੀ ਕੀਤਾ, ਕਿਹਨੇ ਨਹੀਂ ਕੀਤਾ, ਆਪਣੇ ਆਪਣੇ ਦੁੱਖ ਰੋ ਰੋ ਕੇ ਦੱਸਦੇ ਨੇ, ਸੁਣੇ ਨਹੀਂ ਜਾਂਦੇ। ਸੋ ਆਓ ਆਪਾਂ ਜੋ ਕੁਝ ਵੀ ਉਹਨਾਂ ਦੀ ਸੇਵਾ ਕਰ ਸਕੇ ਹਾਂ, ਜਿਨ੍ਹਾਂ ਨੇ ਸੇਵਾ ਪਾਈ, ਮੈਂ ਤਾਂ ਬਾਰ-ਬਾਰ ਧੰਨਵਾਦ ਹੀ ਕਰੂੰਗਾ, ਕਿਉਂਕਿ ਕਰਨਾ ਵੀ ਚਾਹੀਦਾ ਹੈ, ਕਰਨਾ ਚਾਹੀਦਾ ਹੈ, ਕਿਉਂਕਿ ਤੁਸੀਂ ਕੋਲੋਂ ਨਹੀਂ ਦਿੱਤੇ, ਸੰਗਤਾਂ ਨੇ ਸਹਿਯੋਗ ਦਿੱਤਾ ਹੈ, ਜਿਨ੍ਹਾਂ ਨੇ ਐਡਾ ਹੰਬੜਾ ਮਾਰ ਕੇ ਗੁਰੂ ਦੇ ਪਿਆਰੇ ਥੋੜ੍ਹੇ ਦਿਨਾਂ ਦੇ ਵਿੱਚ ਕੁਛ ਨਾ ਕੁਛ ਤਾਂ ਭੇਜਿਆ ਉੱਥੇ। ਮੈਂ ਫਿਰ ਬੇਨਤੀ ਕਰਾਂ, ਕੰਚ TV ਦੇ ਉੱਤੇ ਜਿਹੜਾ ਵੀ ਕੋਈ ਪ੍ਰੋਗਰਾਮ ਲੈ ਕੇ ਆਉਂਦਾ ਸਾਥ ਦਿਓ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੁਛ ਨਾ ਕੁਛ ਨਵਾਂ, ਜਿਵੇਂ ਕਿ ਅੱਜ ਮੈਂ ਉਹ ਮਹਾਂਪੁਰਸ਼ਾਂ ਦਾ ਇੱਕ ਹਿੰਦੂ ਮਹਾਂਪੁਰਸ਼ ਦੇ ਗੱਲ ਸੁਣਾਈ ਹੈ। ਸੋ ਜੇ ਉਹਨੂੰ ਕੋਈ ਸਮਝ ਲਵੇ ਤੇ ਬਹੁਤ ਵੱਡੀ ਹੈ, ਤੇ ਮੇਰੇ ਖਿਆਲ ਇਹੋ ਜਿਹੀ ਗੱਲ ਇੱਕੋ ਹੀ ਕਾਫੀ ਹੈ, ਜ਼ਿਆਦਾ ਨਹੀਂ, ਜ਼ਿਆਦਾ ਫਿਰ ਲੋੜ ਨਹੀਂ ਪੈਂਦੀ। ਇੱਕੋ ਹੀ ਗੱਲ ਉਹਨਾਂ ਨੇ ਕਹਿ ਦਿੱਤੀ, ਜਿਨ੍ਹਾਂ ਨੂੰ ਤੁਸੀਂ ਸ਼ੂਦਰ, ਜਿਸ ਜਗ੍ਹਾ ਨੂੰ ਸਰੀਰ ਦੇ ਤੁਸੀਂ ਸ਼ੂਦਰ ਕਹਿੰਦੇ ਹੋ, ਉਹ ਜਗ੍ਹਾ ਤੋਂ ਲੈ ਕੇ ਸਾਰੀ ਹੀ ਜਿੰਨੀ ਦੁਨੀਆ ਦੀ ਪੈਦਾਇਸ਼ ਆ ਸਾਰੀ ਸ਼ੂਦਰ ਤੋਂ ਹੋਈ ਹੈ। ਜੈ ਗੁਰਦੇਵ ਜੀ। ਜੈ ਗੁਰਦੇਵ ਭਾਜੀ, ਮੈਂ ਜੀਤੋ ਬੋਲਦੀ ਹਾਂ। ਹਾਂਜੀ ਬੀਬੀ ਸ਼ੀਮਾਰ ਜੀ। ਮੇਰੇ ਕੋਲ ਵੀ ਮੇਰੇ ਵੱਲੋਂ 50 ਪਾਉਂਡ ਲਿਖ ਲਓ। ਥੈਂਕ ਯੂ ਭੈਣ, ਥੈਂਕ ਯੂ ਭੈਣ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਗੁਰੂ। ਨਾਲ ਹੀ ਮੈਂ ਇੱਕ ਬੇਨਤੀ ਕਰਦਿਆਂ ਬਈ ਹੁਕਮ ਹੋਇਆ ਸੀ ਸੰਗਤਾਂ ਵੱਲੋਂ, ਅਮਰਤਵਾੜੀ ਸੈਂਟਰ ਦੀਆਂ ਸੰਗਤਾਂ ਵੱਲੋਂ, ਵੀ ਕਿਤੇ ਸਾਨੂੰ ਆਊਟਿੰਗ ਕਰਾਉਣ ਵਾਸਤੇ ਕਿਤੇ ਟ੍ਰਿਪ 'ਤੇ ਵੀ ਲਿਆਇਆ ਜਾਵੇ। ਸੋ ਬੜੇ ਚਿਰਾਂ ਬਾਅਦ ਅਸੀਂ ਇਹ ਪ੍ਰਬੰਧ ਕੀਤਾ ਹੈ। ਇਸ ਸ਼ਨੀਚਰਵਾਰ ਨੂੰ 22 ਤਰੀਕ ਨੂੰ, ਵੈਸੇ ਭਾਵੇਂ ਕੋਚਾਂ ਤਾਂ ਅਸੀਂ 10 ਵੀ ਕਰ ਸਕਦੇ, ਨਹੀਂ ਅਜੇ ਨਹੀਂ ਕਰਾਂਗੇ। ਅਤੇ 2 ਕੋਚਿਸ ਜਿਹੜੀਆਂ ਤਕਰੀਬਨ ਜਿੱਦਣ ਅਸੀਂ ਕੀਤੀਆਂ ਪਿਛਲੇ ਹਫ਼ਤੇ ਉਦਣ ਹੀ ਬੁੱਕ ਹੋ ਗਈਆਂ ਸੀ। 2 ਕੋਚਿਸ ਜਿਹੜੀਆਂ ਉਹ ਟ੍ਰਿਪ 'ਤੇ ਜਾ ਰਹੀਆਂ ਸਾਊਥ ਵੇਲਜ਼ ਦੇ ਵਿੱਚ, ਬੈਰੀ ਆਈਲੈਂਡ। ਸੋ ਜਿਨ੍ਹਾਂ ਨੇ ਸੀਟਾਂ ਮੇਰੇ ਕੋਲ ਲਿਖਾਈਆਂ ਹੋਈਆਂ, ਸੋ ਠੀਕ 7:30 ਵਜੇ ਅੰਮ੍ਰਿਤਬਾਣੀ ਰਵਿਦਾਸੀਆ ਕਮਿਊਨਿਟੀ ਸੈਂਟਰ ਪਾਰਕ ਰੋਡ ਤੋਂ ਕੋਚਾਂ ਚੱਲ ਪੈਣੀਆਂ। ਸੋ ਉਹਨਾਂ ਦਾ ਜਿਹੜਾ ਲੰਗਰ ਦਾ ਬੰਦੋਬਸਤ ਹੈ, ਜੇ ਕਿਸੇ ਨੇ ਆਪਣਾ ਸਪੈਸ਼ਲ ਘਰੋਂ ਲਿਆਉਣਾ, ਤੁਹਾਡੀ ਆਪਣੀ ਮਰਜ਼ੀ, ਸਾਡੀ ਕੋਈ ਪਾਬੰਦੀ ਨਹੀਂ। ਜੇ ਤੁਸੀਂ ਵੰਨ ਸੁਵੰਨੇ ਛਕਣੇ ਆ, ਲੇਕਿਨ ਜਿਹੜਾ ਸਾਡਾ ਲੰਗਰ ਡੇਰੇ ਵੱਲੋਂ ਜਾਂ ਦਰਬਾਰ ਵੱਲੋਂ ਲੰਗਰ ਹੋਏਗਾ, ਉਹ ਅਸੀਂ ਤੁਹਾਨੂੰ ਪੈਕੇਜ ਬਣਾ ਕੇ ਪਾਣੀ ਵਗੈਰਾ ਜਾਂ 1-2 ਚੀਜ਼ਾਂ ਨਾਲ ਹੋਰ, ਅਤੇ ਨਾਲ ਜੋ ਅਸੀਂ ਲੰਗਰ ਬਣਾ ਕੇ ਦੇਵਾਂਗੇ, ਸਬਜ਼ੀ ਵਗੈਰਾ ਤੁਹਾਨੂੰ ਪੈਕੇਜ ਵਗੈਰਾ ਕਰਕੇ ਇੱਕ ਡੱਬਾ ਪੈਕਡ ਲੰਚ ਬਾਕਸ ਜਿਹਾ ਬਣਾ ਕੇ ਦੇਵਾਂਗੇ। ਉਹ ਦਰਬਾਰ ਵੱਲੋਂ ਸੇਵਾ ਹੋਵੇਗੀ ਉੱਥੇ ਗੁਰੂ ਘਰ ਵੱਲੋਂ।
ਸੋ ਗੁਰੂ ਦੇ ਪਿਆਰਿਓ ਅਸੀਂ ਉਹ ਬਣਾ ਕੇ ਦੇਵਾਂਗੇ। ਤੇ ਬਾਕੀ ਜੇ ਕਿਸੇ ਨੇ ਆਪਣਾ ਵਾਧੂ ਘਾਟੂ ਕੋਈ ਸਮਾਨ ਖਾਣ ਪੀਣ ਦਾ, ਤੁਹਾਨੂੰ ਆਪਣੇ ਆਪਣੇ ਚਾਅ, ਤੁਹਾਡੇ ਆਪਣੇ ਆਪਣੇ ਟੇਸਟ, ਤੁਹਾਡੇ ਆਪਣੇ ਆਪਣੇ ਸਵਾਦ ਹੈ, ਫਿਰ ਤੁਸੀਂ ਤੁਹਾਡਾ ਬੈਗ ਤੁਹਾਡਾ ਆਪਣਾ ਹੋਣਾ, ਜੋ ਮਰਜ਼ੀ ਉਹ 'ਚ ਭਰ ਲਿਓ। ਪਰ ਸਾਡੇ ਵੱਲੋਂ ਤੁਹਾਡੇ ਅਸੀਂ ਲੰਗਰ ਦਾ ਜਿਹੜਾ ਦੁਪਹਿਰ ਦਾ ਲੰਚ ਬਾਕਸ ਜ਼ਰੂਰ ਦੇਵਾਂਗੇ। ਸੋ 7:30 ਵਜੇ ਕੋਚਾਂ ਚੱਲਦੀਆਂ, ਮੇਰੇ ਤਕਰੀਬਨ ਸੰਗਤਾਂ ਸੁਣ ਰਹੀਆਂ। ਮੈਨੂੰ ਕਈਆਂ ਨੇ ਕਿਹਾ ਸੀ ਇਹ ਗੱਲ ਜ਼ਰੂਰ ਕਰੀ। ਮੈਂ ਬੇਨਤੀ ਕਰਦਾ ਵੀ ਵੀਰਵਾਰ ਸੈਚਰਡੇ 22 ਤਰੀਕ ਨੂੰ ਸਵੇਰ ਨੂੰ ਕੋਚਾਂ ਦੋਨੇ ਚੱਲਣਗੀਆਂ। ਤੇ ਉਹ ਕੋਚਾਂ ਦੇ ਅਸੀਂ ID ਕਾਰਡ ਵੀ ਸਾਰਿਆਂ ਨੂੰ ਵੰਡਾਂਗੇ ਵੀ ਕੋਈ ਭੁੱਲ ਭੱਲ ਜਾਵੇ ਤੇ ਅਸੀਂ 3 ਨੰਬਰ ਉੱਤੇ ਦਿੱਤੇ ਆ, ਉਹ ਫੋਨ ਕਰਕੇ ਅਸੀਂ ਬੱਸਾਂ ਦੇ ਉੱਤੇ ਆਪਣੇ ਸਟicker ਵੀ ਲਾਵਾਂਗੇ। ਤੁਹਾਨੂੰ ਬੱਸਾਂ ਦੇ ਨੰਬਰ ਵੀ ਦੇਵਾਂਗੇ ਵੀ ਆਹ ਬੱਸ ਦੇ ਵਿੱਚ ਤੁਹਾਡਾ ਨੰਬਰ ਆ, ਤੁਹਾਡਾ ਨੰਬਰ ਆ। ਸੋ ਗੁਰੂ ਦੇ ਪਿਆਰਿਓ, ਆਓ ਪਹਿਲੀ ਵਾਰੀ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਤੰਦਰੁਸਤੀ ਦੇ ਨਾਲ। ਆਪਾਂ ਇਹ ਵੀ ਚਲੋ ਸੰਗਤਾਂ ਦੀ ਖੁਆਇਸ਼ ਸੀ, ਕੋਸ਼ਿਸ਼ ਕੀਤੀ ਹੈ ਵੀ ਗੁਰੂ ਜੀ ਸਾਡੇ ਅੰਗ ਸੰਗ ਹੋ ਕੇ ਸੰਗਤਾਂ ਦੀ ਇਸ ਖੁਸ਼ੀ ਨੂੰ ਚਾਰ ਚੰਨ ਲਾਉਣ ਤੇ ਤੰਦਰੁਸਤੀ ਬਖਸ਼ਿਸ਼ ਕਰਨ। ਸਾਰੇ ਹੀ ਸੰਗਤਾਂ ਉੱਥੋਂ ਟ੍ਰਿਪ 'ਤੇ ਜਾ ਕੇ ਰਾਜ ਖੁਸ਼ੀ ਆਪਣੇ ਬੱਚਿਆਂ ਪਰਿਵਾਰਾਂ 'ਚ ਆਉਣ। ਸੋ ਆਓ ਗੁਰੂ ਦੇ ਪਿਆਰਿਓ, ਫਿਰ ਮੈਂ ਅਖੀਰ ਦੇ ਵਿੱਚ ਸਤਿਗੁਰੂ ਹਰਕ੍ਰਿਸ਼ਨ ਜੀ ਮਹਾਰਾਜ 8ਵੀਂ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੇ ਸੰਸਾਰ ਨੂੰ ਬਹੁਤ ਬਹੁਤ ਵਧਾਈਆਂ। 367ਵੇਂ ਪ੍ਰਕਾਸ਼ ਦਿਹਾੜੇ ਦੀਆਂ। ਸੋ ਨਾਲ ਹੀ ਜਿਹੜੀਆਂ ਸੰਗਤਾਂ ਨੇ ਪੰਜਾਬ ਦੇ ਵਾਸਤੇ ਆਏ ਹੋਏ ਹੜ੍ਹ ਦੇ ਦੁਖੀਆਂ ਵਾਸਤੇ ਜਾਂ ਜਿਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਿਆ, ਉਹਨਾਂ ਸੇਵਾਵਾਂ ਦੇ ਵਿੱਚ ਉਹਨਾਂ ਦੇ ਲਈ ਜੋ ਤੁਸੀਂ ਸੇਵਾ ਦਿੱਤੀ ਹੈ ਤੇ ਜਿਨ੍ਹਾਂ ਨੇ ਸੇਵਾ ਪਾਈ ਹੈ, ਮੈਂ ਸਾਰਿਆਂ ਵਾਸਤੇ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਰਦਾ, ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਕਰੇ, ਤੁਹਾਡੇ ਖਜ਼ਾਨੇ ਭਰਪੂਰ ਰਹਿਣ, ਬੱਚਿਆਂ ਦੀਆਂ ਲੰਮੀਆਂ ਲੰਮੀਆਂ ਉਮਰਾਂ, ਕਹਿਣੇਕਾਰ ਹੋਣ, ਚੰਗੇਰੇ ਕੰਮ ਕਰਕੇ ਤੁਹਾਡਾ ਨਾਮ, ਤੁਹਾਡੇ ਸਮਾਜ ਦਾ, ਮਾਂ ਬਾਪ ਦਾ, ਖਾਨਦਾਨ ਦਾ ਨਾਮ ਉੱਚਾ ਕਰਨ ਔਰ ਤੁਹਾਡੇ ਘਰਾਂ 'ਚ ਖੁਸ਼ੀਆਂ, ਖੇੜੇ, ਬਰਕਤਾਂ ਹਮੇਸ਼ਾ ਮਹਾਰਾਜ ਜੀ ਬਰਸਾਉਂਦੇ ਰਹਿਣ। ਤੰਦਰੁਸਤੀਆਂ ਹਰ ਜੀਵ ਨੂੰ ਜ਼ਰੂਰ, ਤੰਦਰੁਸਤੀ ਇੱਕ ਨਿਯਮਤ ਹੈ। ਤੰਦਰੁਸਤੀ ਤੋਂ ਬਗੈਰ ਜੀਵਨ ਦੇ ਵਿੱਚ ਇੰਨੀ ਖੁਸ਼ੀ ਨਹੀਂ ਹੁੰਦੀ। ਤੇ ਇਸ ਜ਼ਿੰਦਗੀ ਨੂੰ ਜੇ ਖੁਸ਼ੀ ਲੈਣੀ ਹੈ ਤੇ ਸਾਰਿਆਂ ਨੂੰ ਤੰਦਰੁਸਤੀ ਸੱਚੇ ਪਾਤਸ਼ਾਹ ਜੀ ਦੇਵੀਂ। ਸਾਰੇ ਤੰਦਰੁਸਤ ਰਹਿਣ, ਆਪਣੇ ਆਪਣੇ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਰਹਿਣ। ਕੰਚ TV ਦੇ ਸਾਰੇ ਪ੍ਰੋਗਰਾਮ ਦੇਖੋ। ਹਰ ਪ੍ਰੈਜੈਂਟਰ ਆਪਣੀ ਆਪਣੀ ਮਿਹਨਤ ਕਰਕੇ ਪ੍ਰੋਗਰਾਮ ਲੈ ਕੇ ਆਉਂਦਾ ਹੈ। ਸਾਰਿਆਂ ਦਾ ਸਤਿਕਾਰ ਕਰੋ। ਕੋਸ਼ਿਸ਼ ਕਰੀਏ ਕੰਚ TV ਤੋਂ ਅਸੀਂ ਏਕੇ ਦਾ ਉਪਦੇਸ਼ ਦਈਏ, ਸਾਰਿਆਂ ਨੂੰ ਬਰਾਬਰ ਰੱਖ ਕੇ। ਜਿਹੜਾ ਕੋਈ ਕਿਸੇ ਨੂੰ ਮੰਨਦਾ ਉਹਦੀ ਆਪਣੀ ਆਪਣੀ ਆਜ਼ਾਦੀ, ਸਾਰੇ ਹੀ ਮਜ਼ਹਬਾਂ ਦਾ, ਧਰਮਾਂ ਦਾ ਸਤਿਕਾਰ ਕਰੀਏ, ਤਾਈਓ ਹੀ ਭਾਈਚਾਰਾ ਬਣ ਸਕਦਾ ਹੈ। ਕੰਚ TV ਦਾ ਮਨੋਰਥ ਪਾੜਨਾ ਨਹੀਂ, ਜੋੜਨਾ। ਕੰਚ TV ਸੂਈ ਦਾ ਕੰਮ ਕਰਦੀ ਹੈ, ਕੈਂਚੀ ਦਾ ਨਹੀਂ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਆਓ ਇੰਨੀ ਛੋਟੀ ਜਿਹੀ ਜ਼ਿੰਦਗੀ ਹੈ, ਆਸ਼ੀਰਵਾਦ ਲੈ ਲਈਏ। ਸੰਗਤਾਂ ਦਾ ਆਸ਼ੀਰਵਾਦ ਪਤਾ ਨਹੀਂ ਸੱਚਖੰਡ 'ਚ ਲੈ ਜਾਵੇ, ਬੇਗਮਪੁਰੇ 'ਚ ਲੈ ਜਾਵੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ, ਰੱਬ ਰਾਖਾ, ਆਪਣੇ ਘਰਾਂ 'ਚ ਖੁਸ਼ ਰਹੋ, ਸਾਰਿਆਂ ਦੀ ਲੋੜਵੰਦਾਂ ਦੀ ਸੇਵਾ ਕਰ ਦਿਓ। ਜੈ ਗੁਰਦੇਵ, ਧੰਨ ਗੁਰਦੇਵ।